We are farmers. No farmers. No food. No farmers. No food. अंदरों मोदी टूट गया, बाकी है। अंदरों मोदी टूट गया, बाहरों टूटना बाकी है। जब जब मोदी डरता है, पुलिस को आगे करता है। जब जब मोदी डरता है, पुलिस को आगे करता है। No farmer, no food. We support farmers. We are farmers. मोदी लड़के काला सप, मोदी लड़के काला सप। मैं देख रही ਹਾਂ ਤੁਸੀਂ ਇੱਥੇ ਰਿਕਸ਼ਾ ਲਗਾ ਕੇ ਬੈਠੇ ਹੋਏ ਹੋ ਤੇ ਸਭ ਤੋਂ ਪਹਿਲਾਂ ਤਾਂ ਗੱਲ ਕਰ ਲੈਂਦੇ ਹਾਂ ਫਾਰਮਰਸ ਦੀ। ਤੁਸੀਂ ਝੰਡਾ ਲਗਾਇਆ ਹੋਇਆ ਹੈ, ਕੀ ਸੋਚ ਕੇ ਝੰਡਾ ਲਗਾਇਆ ਹੋਇਆ ਹੈ? ਇਹ ਸੋਚ ਕੇ ਲਾਇਆ ਜੀ, ਸਾਡੀ ਵੀ ਗਰੀਬੀ ਆ, ਅਸੀਂ ਵੀ ਗਰੀਬ ਆਦਮੀ ਆ। ਸਾਰਿਆਂ ਦੀ ਜਨਤਾ ਨੂੰ ਸਭ ਨੂੰ ਚਾਹੀਦਾ ਹੈ ਝੰਡੇ ਬਾਰੇ ਤਾਂ ਸਾਰੇ ਬੰਦੇ ਨੂੰ ਗੱਲਾਂ ਕਰਨੀ ਚਾਹੀਦੀ। ਹਰ ਇੱਕ ਬੰਦਾ ਦੁਖੀ ਹੈ। ਇਹ ਮੋਦੀ ਨੇ ਸਾਰਾ ਕੁਝ ਗੁੰਮ ਕਰਤਾ। ਅਸੀਂ ਪਹਿਲਾਂ ਰੇਹੜੀ ਲਾਉਂਦਾ, ਮੈਂ ਰੇਹੜੀ ਤੋਂ ਮੈਂ ਰਿਕਸ਼ਾ ਚਲਾਉਣ ਲੱਗਿਆ। ਰਿਕਸ਼ੇ 'ਤੇ ਵੀ ਕੰਮ ਹੈ ਨਹੀਂ ਹੈ, ਕੋਈ ਕੰਮ ਨਹੀਂ, ਕਾਰ ਨਹੀਂ, ਕੁਛ ਨਹੀਂ ਹੈ। ਵਿਹਲੇ ਘੁੰਮ ਰਹੇ ਹਾਂ, ਬੈਠੇ ਹਾਂ ਮਟਕੇ ਚੌਂਕ 'ਤੇ। ਇੱਥੇ ਬਹਿ ਜਾਂਦੇ ਆ ਕੇ, ਕੋਈ ਕੰਮ ਮਿਲਦਾ ਨਹੀਂ ਹੈ, ਜਿੱਥੇ ਬਹਿ ਜਾਂਦੇ ਆ ਕੇ। ਫਿਰ ਇੱਥੇ ਬੈਠ ਕੇ ਸਪੋਰਟ ਕਰ ਰਹੇ ਹੋ ਤੁਸੀਂ। ਕਿ ਰੇੜੀ ਲਗਾਉਂਦੇ ਉਹਦਾ ਵੀ ਨਹੀਂ ਕੰਮ ਚੱਲ ਰਿਹਾ, ਰਿਕਸ਼ੇ ਦਾ ਨਹੀਂ ਕੰਮ ਚੱਲ ਰਿਹਾ, ਕਿਵੇਂ ਗੁਜ਼ਾਰਾ ਚੱਲ ਰਿਹਾ ਇਸ ਟਾਈਮ ਤੇ? ਬਸ ਕੁਛ ਨਹੀਂ, ਇੱਦਾਂ ਹੀ ਆ। ਕਿਤੇ ਰੋਟੀ ਪਾਣੀ ਖਾ ਲੈਂਦੇ ਆ, ਇੱਥੇ ਪੀਜੇ ਨੂੰ ਖਾ ਲੈਂਦੇ ਆ, ਬਸ ਉੱਦਾਂ ਹੀ ਘੁੰਮੀ ਜਾਂਦੇ ਆ। ਕੋਈ ਕੰਮ ਨਹੀਂ, ਕਾਰ ਨਹੀਂ, ਹੈ ਹੀ ਨਹੀਂ ਆ। ਸੋ ਕੀ ਕਹੋਗੇ ਸਰਕਾਰਾਂ ਨੂੰ? ਆਮ ਜਨਤਾ ਨੇ ਸਰਕਾਰਾਂ ਨੂੰ ਬਣਾਇਆ ਸੀ, ਪਰ ਅੱਜ ਜਿੱਥੇ ਕਿ ਫਾਰਮਰਸ ਪ੍ਰੋਟੈਸਟ ਕਰ ਰਹੇ ਨੇ, ਹਰ ਵਰਗ ਇਸ ਟਾਈਮ ਤੇ ਸੜਕਾਂ ਦੇ ਉੱਪਰ ਆ ਕੇ ਖੜ ਗਿਆ ਆ। ਮਤਲਬ ਕੁਛ ਵੀ ਨਹੀਂ ਹੈ, ਸੜਕਾਂ ਖਾਲੀਆਂ ਪਈਆਂ, ਕੋਈ ਕੰਮ ਨਹੀਂ, ਕਾਰ ਨਹੀਂ ਹੈ। ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਹਾਲਾਤ ਨੇ? ਸਰਕਾਰ ਨੂੰ ਕੀ ਕਹੀਏ ਹੁਣ? ਸਰਕਾਰ ਜਦ ਦਾ ਮੋਦੀ ਆਇਆ, ਜਦ ਤੋਂ ਉਸ ਤੋਂ ਬਾਅਦ ਕੋਈ ਸਰਕਾਰ ਨਹੀਂ ਆਈ। ਬੁਰਾ ਹਾਲ ਕਰਤਾ ਇਹਨਾਂ ਨੇ। ਫਿਰ ਕਿਵੇਂ ਦੇਖ ਰਹੇ ਹੋ ਹੁਣ ਜੇ ਬਾਈ ਚਾਂਸ ਮੁਕੰਮਲ ਲੋਕਡਾਊਨ ਲੱਗ ਜਾਂਦਾ ਹੈ, ਕਾਫੀ ਕੁਝ ਤਾਂ ਆਲਰੇਡੀ ਬੰਦ ਆ, ਜੇ ਸਭ ਕੁਝ ਬੰਦ ਹੋ ਜਾਂਦਾ ਫਿਰ ਕਿਵੇਂ ਗੁਜ਼ਾਰਾ ਚੱਲੇਗਾ? ਫਿਰ ਵੀ ਇਦਾਂ ਹੀ ਕਿਉਂ ਧੱਕੇ ਨਾਲ ਗੁਜ਼ਾਰਾ ਕਰ ਦਿੰਦੇ ਆ। ਕੋਈ ਰੋਟੀ ਵਟ ਦੇ ਜਾਂਦਾ, ਬਹਿ ਜਾਂਦਾ, ਆ ਜਾਵੇ ਨਾ, ਕੋਈ ਨਾ ਕੋਈ ਦਾਨ ਪੁੰਨ ਕਰ ਜਾਂਦਾ। ਕੋਈ ਬੰਦਾ ਚੰਗੇ ਬੜੇ ਆਉਂਦੇ ਆ, ਬਹੁਤ ਬੰਦੇ ਆਉਂਦੇ ਆ, ਦਾਨੀ ਵੀ ਬਹੁਤ ਹੈ, ਗਰੀਬ ਵੀ ਬਹੁਤ ਹੈ। ਫੈਮਿਲੀ 'ਚ ਕਿੰਨੇ, ਪਰਿਵਾਰ ਵਿੱਚ ਕਿੰਨੇ ਲੋਕ ਹੋ ਤੁਸੀਂ? ਅਸੀਂ ਦੋ ਹੀ ਹੈ, ਇੱਕ ਮੁੰਡਾ ਬਸ। ਅੱਛਾ, ਤੁਸੀਂ ਮੱਕੀ ਪਿਓ ਪੁੱਤ ਰਹਿੰਦੇ ਹੋ ਘਰ ਦੇ ਵਿੱਚ ਤੇ ਤੁਹਾਡਾ ਬੇਟਾ ਕਮਾਉਂਦਾ ਹੈ? ਹਾਂਜੀ, ਉਹ ਕੀ ਕਰਦਾ ਹੈ? ਟ੍ਰੇਵਲਰ ਚਲਾਉਂਦਾ ਕਰਨਾਲ 'ਚ। ਜੀ, ਕੰਮ ਚੱਲ ਰਿਹਾ ਇਸ ਟਾਈਮ ਤੇ ਕਿ ਉਹ ਵੀ ਨਹੀਂ? ਉਹ ਵੀ ਨਹੀਂ ਹੈ, ਕਿੱਥੇ ਚੱਲ ਰਿਹਾ। ਉਹ ਵੀ ਇਦਾਂ ਹੀ ਘੁੰਮ ਘੁਮਾ ਕੇ ਆ ਜਾਂਦਾ, ਕੰਮ ਕਾਰ ਹੈ ਨਹੀਂ ਨਾ। ਸੋ ਕਿੰਨੇ ਪਿਛਲੇ ਦਿਨਾਂ ਤੋਂ ਵਿਹਲੇ ਹੋ? ਮੈਂ ਕਿ ਤੁਹਾਨੂੰ ਕੋਈ ਵੀ ਸਵਾਰੀ ਨਹੀਂ ਮਿਲੀ ਜਾਂ ਇੰਨੇ ਦਿਨਾਂ ਤੋਂ ਫ੍ਰੀ ਹੋ ਬਿਲਕੁਲ? ਮੈਨੂੰ ਤਾਂ 1 ਸਾਲ ਹੋ ਗਿਆ ਵੇਲੇ ਘੁੰਮਦਿਆਂ ਨੂੰ, 1.5 ਸਾਲ। ਤੁਹਾਨੂੰ ਕਦੀ 1.5 ਸਾਲ 'ਚ ਸਵਾਰੀ ਨਹੀਂ ਮਿਲੀ ਰਿਕਸ਼ੇ ਲਈ? ਮਿਲ ਜਾਂਦੀ ਹੈ, ਮਾੜੀ ਮੋਟੀ ਮਿਲਦੀ ਹੈ, ਇੱਕ ਅੱਧੀ ਮਿਲ ਜਾਂਦੀ ਹੈ, ਉਹਦੇ ਨਾਲ ਗੁਜ਼ਾਰਾ ਹੋ ਜਾਂਦਾ, ਬਸ ਖਾ ਪੀ ਲੈਂਦੇ ਆ। ਬਾਕੀ ਹਾਲਾਤ ਉਹਨੇ ਵਧੀਆ ਨਹੀਂ ਹੈ ਜਿੰਨੇ ਪਹਿਲਾਂ ਸੀ। ਨਾ, ਹਾਲਾਤ ਤਾਂ ਬਿਲਕੁਲ ਡਾਊਨ ਹੋ ਗਏ ਆ, ਬਿਲਕੁਲ ਹੀ। ਕਿਸ ਚੀਜ਼ ਨੂੰ ਸਭ ਤੋਂ ਵੱਡਾ ਜ਼ਿੰਮੇਵਾਰ ਮੰਨਦੇ ਹੋ ਕਿ ਇਸ ਚੀਜ਼ ਕਰਕੇ ਸਭ ਕੁਝ ਹੋ ਰਿਹਾ ਆ? ਅਸੀਂ ਤਾਂ ਸਾਰਾ ਕੁਝ ਮੰਨਦੇ ਆ, ਬੇਕਾਰ ਹੋ ਗਿਆ ਸਾਰਾ ਕੁਛ ਹੀ। ਪਹਿਲੇ ਰੇਹੜੀ ਲਾਉਂਦਾ ਸੀ, ਸਾਰਾ ਕੁਝ ਮਿਲ ਜਾਂਦਾ ਹੈ, ਸ਼ਾਮ ਨੂੰ ਵੀ ਖਾਣ ਪੀਣ ਵੀ ਮਿਲ ਜਾਂਦਾ ਹੈ। ਹੁਣ ਤਾਂ ਕੁਛ ਵੀ ਨਹੀਂ ਮਿਲਦਾ, ਭੁੱਖੇ ਰਹਿੰਦੇ ਆ ਸਾਰਾ ਦਿਨ। ਇੱਥੇ ਮਟਕਾ ਚੌਂਕ 'ਤੇ ਆ ਕੇ ਬਹਿ ਜਾਂਦੇ ਆ, ਅੰਨ ਪਾਣੀ ਖਾ ਲਈਦਾ। ਇੱਥੇ ਦੇ ਕੇ ਜਾਂਦੇ ਆ ਲੋਕ ਕੁਝ ਖਾਣ ਪੀਣ ਨੂੰ ਮਟਕਾ ਚੌਂਕ ਤੇ? ਦੇ ਕੇ ਜਾਂਦੇ ਆ ਜੀ। ਇੱਥੇ ਕੱਲ ਪਰਸੋਂ ਇਹਨਾਂ ਲੰਗਰ ਲਾਇਆ ਸੀ, ਇੱਥੇ ਖੀਰ ਦਾ। ਈਦ ਸੀ ਪਰਸੋਂ, ਈਦ ਨੂੰ ਲੰਗਰ ਲਾਇਆ ਸੀਗਾ ਇੱਥੇ। ਤੋ ਕਦੀ ਇਹ ਚਾਹ ਵੰਡਦੇ ਆ, ਕਦੀ ਕੇਲੇ ਵੰਡਦੇ ਆ, ਕਦੀ ਪਾਣੀ ਵੰਡਦੇ ਆ, ਕਦੀ ਦੁੱਧ ਲੈਂਦੇ ਆ, ਚਾਹ ਬਣਾਉਂਦੇ ਆ, ਸਾਰਾ ਕੁਝ ਦੇ ਰਹੇ ਆ ਇੱਥੇ। ਹਰ ਬੰਦਾ ਆਉਂਦਾ ਹੈ, ਹਰ ਬੰਦਾ ਦੇ ਕੇ ਜਾਂਦਾ। ਸੋ ਇੱਥੇ ਅਸੀਂ ਦੇਖਦੇ ਹਾਂ ਮਟਕਾ ਚੌਂਕ ਤੇ ਲੋਕ ਸਪੋਰਟ ਕਰਨ ਦੇ ਲਈ ਆਉਂਦੇ ਆ। ਤੁਸੀਂ ਕਹਿੰਦੇ ਹੋ ਨਾ ਲੰਗਰ ਵਗੈਰਾ ਲੱਗਦਾ, ਜੋ ਵੀ ਚੀਜ਼ ਆਉਂਦੀ ਹੈ ਖਾਣ ਪੀਣ ਦੇ ਲਈ ਤੁਹਾਨੂੰ ਵੀ ਦੇ ਕੇ ਜਾਂਦੇ ਆ। ਤੁਸੀਂ ਆਪਣਾ ਸਮਰਥਨ ਦੇ ਰਹੇ ਹੋ ਉਹਨਾਂ ਨੂੰ, ਤੁਸੀਂ ਝੰਡੀ ਲਗਾਈ ਹੋਈ ਆ। ਸੋ ਕਿਵੇਂ ਸਪੋਰਟ ਕਰ ਰਹੇ ਹੋ ਫਿਰ ਹੁਣ? ਹੁਣ ਕਿਵੇਂ ਸਾਥ ਦਿਓਗੇ ਅੱਗੇ ਕਿਸਾਨਾਂ ਦਾ? ਅੱਜ ਤਾਂ ਸਾਰੇ ਨਾਲ ਹੀ ਹੈ, ਇਹਨਾਂ ਦੇ ਕਿਸਾਨਾਂ ਦੇ ਨਾਲ ਹੀ ਹੈ। ਕਿਸਾਨਾਂ ਬਗੈਰ ਤਾਂ ਸਾਡਾ ਜੀਣਾ ਹੀ ਨਹੀਂ ਹੈ। ਅੱਜ ਤਾਂ ਗਰੀਬ ਬੰਦੇ ਆ, ਕਿਸਾਨਾਂ ਨਾਲ ਹੀ ਰਹਿ ਕੇ ਅਸੀਂ ਸਾਰਾ ਕੁਝ ਕੀਤਾ ਹੈਗਾ। ਸਾਰੇ ਵਿਆਹ ਬੂਝੇ ਹੁੰਦੇ ਆ ਕਿਸਾਨਾਂ 'ਚ ਹੀ ਰਹੇ। ਮੇਰਾ ਕਿਸਾਨ ਪਿੰਡ ਹੈਗਾ ਅਤੇ ਮੇਰਾ ਬਾਂਸਾ ਪਿੰਡ ਹੈਗਾ ਕਰਨਾਲ। ਅਤੇ ਕਰਨਾਲ ਦੇ ਵਿੱਚ ਜਿਹੜਾ ਬਾਬਾ ਹੈ ਇਹ ਸੰਤ ਦਾ ਹੈ, ਅਤੇ ਇਹਦੇ ਪਿੰਡ ਮੇਰੇ ਪਿੰਡ ਤੋਂ ਥੋੜ੍ਹੀ ਜਿਹੀ ਦੂਰ ਹੈ। ਬਾਬਾ ਜਿਹੜਾ ਚੌਂਕ 'ਤੇ ਬੈਠਿਆ, ਸਾਰੇ ਅਸੀਂ ਉੱਥੋਂ ਦੇ ਹੀ ਹਾਂ, ਕਰਨਾਲ ਦੇ।
ਬਿਲਕੁਲ। ਸੋ ਉਸੇ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਇਸ ਟਾਈਮ ਤੇ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਵਿੱਚ, ਉਹਦੇ ਕਰਕੇ ਹਰ ਬੰਦਾ ਬਹੁਤ ਸਫਰ ਕਰ ਰਿਹਾ। ਤੁਸੀਂ ਦੇਖ ਸਕਦੇ ਹੋ ਰਿਕਸ਼ੇ ਵਾਲੇ ਵਿਚਾਰੇ ਜਿਹੜੇ ਕਹਿੰਦੇ ਕਿ ਰੇਹੜੀ ਵਗੈਰਾ ਲਗਾ ਰਹੇ ਸੀ, ਬਟ ਉਹ ਰੇਹੜੀ ਦੇ ਕਰਕੇ ਵੀ ਜਿਹੜਾ ਸੀ ਉਹਨਾਂ ਬਹੁਤ ਜ਼ਿਆਦਾ ਸਫਰ ਕਰਨਾ ਪੈ ਰਿਹਾ ਸੀ, ਗੁਜ਼ਾਰਾ ਨਹੀਂ ਹੋ ਪਾ ਰਿਹਾ। ਤੇ ਉਸੇ ਚੀਜ਼ ਦੇ ਕਰਕੇ ਜਿਹੜਾ ਆ ਹੁਣ ਜੇ ਰਿਕਸ਼ਾ ਚਲਾਉਣਾ ਸਟਾਰਟ ਕੀਤਾ ਤਾਂ ਸਵਾਰੀਆਂ ਨਹੀਂ ਮਿਲ ਰਹੀਆਂ, ਕਿਉਂਕਿ ਕਰੋਨਾ ਦੇ ਕਰਕੇ ਲੋਕਡਾਊਨ ਆ, ਕਰਫਿਊ ਆ। ਖਾਣਾ ਤੇ ਹਰ ਬੰਦੇ ਨੇ ਖਾਣਾ, ਢਿੱਡ ਦਾ ਹਰ ਇੱਕ ਨੂੰ ਲੱਗਾ ਹੋਇਆ। ਸੋ ਉਸੇ ਹੀ ਢਿੱਡ ਦੇ ਕਰਕੇ, ਉਸੇ ਹੀ ਭੁੱਖ ਦੇ ਕਰਕੇ ਜਿਹੇ ਲੋਕ ਜਿਹੜੇ ਨੇ ਇਦਾਂ ਚੌਂਕ ਦੇ ਵਿੱਚ ਆ ਕੇ, ਮਟਕਾ ਚੌਂਕ ਦੀ ਗੱਲ ਕਰ ਰਹੀ ਤੇ ਇੱਥੇ ਆ ਕੇ ਬੈਠਦੇ ਨੇ, ਸਪੋਰਟ ਕਰਦੇ ਨੇ ਕਿਸਾਨਾਂ ਨੂੰ, ਤੇ ਬਦਲੇ ਵਿੱਚ ਕਿਤੇ ਨਾ ਕਿਤੇ ਜੋ ਲੰਗਰ ਇੱਥੇ ਚੱਲਦੇ ਨੇ, ਜੋ ਖਾਣ ਪੀਣ ਦਾ ਸਮਾਨ ਆਉਂਦਾ ਆ, ਉਹ ਜਿਹੇ ਲੋਕਾਂ ਨੂੰ ਜਿਹੜਾ ਆ ਮਿਲ ਜਾਂਦਾ ਹੈ, ਜਿਹਦੇ ਨਾਲ ਇਹ ਆਪਣਾ ਗੁਜ਼ਾਰਾ ਕਰ ਲੈਂਦੇ ਨੇ। ਸੋ ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਇਸ ਟਾਈਮ ਤੇ ਕੀ ਹਾਲਾਤ ਬਣੇ ਹੋਏ ਆ, ਕਿ ਇਹ ਕਿੱਥੋਂ ਤੱਕ ਜਿਹੜੇ ਲੋਕ ਆ ਸਫਰ ਕਰ ਰਹੇ ਆ। ਆਉਂਦਾ ਬਹੁਤ ਜਲਦੀ ਕਿ ਨਹੀਂ ਸਿਰਫ ਬੱਚੇ ਨੂੰ ਬਾਹਰ ਦੀ ਥੋੜੀ ਜਿਹੀ ਤੱਤੀ ਹਵਾ ਵੀ ਨਹੀਂ ਲੱਗਣ ਦੇਣੀ, ਤੇ ਤੁਸੀਂ ਇਹਨੇ ਗਰਮੀ 'ਚ ਲਿਆ ਕੇ ਬੱਚੇ ਖੜੇ ਕਰ ਦਿਓ ਆਪਣੇ ਨਾਲ। ਸਾਡੀ ਮਜਬੂਰੀ ਹੈ ਜੀ, ਆਪਣੇ ਹੱਕਾਂ ਲਈ ਲੜਨਾ ਹੈ ਤਾਂ ਸਾਨੂੰ ਸਾਰੀ ਚੀਜ਼ ਸਹਿਣੀ ਪਏਗੀ। ਗਰਮੀ ਠੰਡ ਧੁੱਪ ਸਹਾਂਗੇ ਜੀ, ਹੱਕ ਲੈ ਕੇ ਰਹਾਂਗੇ। ਸੋ ਹੁਣ ਰੀਸੈਂਟਲੀ ਈਦ ਮਨਾਈ ਗਈ ਮਟਕਾ ਚੌਂਕ ਦੇ ਉੱਪਰ, ਬੜੀ ਹੁਮਾ ਕੇ ਲੋਕ ਪਹੁੰਚੇ, ਬੜੇ ਪਿਆਰ ਦੇ ਨਾਲ ਮਨਾਈ ਗਈ। ਕਿਵੇਂ ਉਸ ਚੀਜ਼ ਨੂੰ ਦੇਖਦੇ ਹੋ? ਬੜਾ ਏਕਾ ਨਜ਼ਰ ਆਇਆ ਸਭ ਦੇ ਵਿੱਚ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਸੀਗਾ। ਸਾਰੇ ਹਿੰਦੂ ਮੁਸਲਿਮ ਭਾਈਚਾਰੇ, ਸਿੱਖਾਂ ਦਾ ਸਾਰਾ ਭਾਈਚਾਰਾ ਸੀ। ਉਸ ਦਿਨ ਸੰਗਰਾਂਦ ਵੀ ਸੀਗੀ ਤੇ ਪਰਸ਼ੂਰਾਮ ਜਯੰਤੀ ਵੀ ਸੀਗੀ ਤੇ ਈਦ ਵੀ ਸੀਗੀ। ਮਤਲਬ ਕਿ ਕੁਦਰਤ ਵੀ ਸਾਨੂੰ ਇਕੱਠੇ ਹੋਣ ਦਾ ਮੌਕਾ ਦੇ ਰਹੀ ਹੈ ਜੀ। ਸੋ ਉੱਥੇ ਜੇ ਗੱਲ ਕੀਤੀ ਜਾਵੇ ਤਾਂ ਸਾਡੇ ਪੀਐਮ ਸਾਹਿਬ ਜਿਹੜੇ ਨੇ ਨਵਾਂ ਘਰ ਬਣਾ ਰਹੇ ਨੇ ਆਪਣਾ, ਉਹਦੇ ਬਾਰੇ ਕੀ ਕਹੋਗੇ? ਦੇਸ਼ ਦੇ ਵਿੱਚ ਕਰੋਨਾ ਦੇ ਹਾਲਾਤ ਚੱਲ ਰਹੇ ਨੇ ਇੱਕ ਪਾਸੇ, ਤੇ ਦੂਜੇ ਪਾਸੇ ਪੀਐਮ ਸਾਹਿਬ ਆਪਣਾ ਇਸ ਟਾਈਮ ਤੇ ਨਵਾਂ ਘਰ ਬਣਾ ਰਹੇ ਨੇ। ਮੇਬੀ ਉੱਥੇ ਕਰੋਨਾ ਨਾ ਹੋਵੇ, ਇਸ ਕਰਕੇ ਸਰ ਮੋਦੀ ਜੀ ਘਰ ਬਣਾ ਰਹੇ ਨੇ। ਕਿਉਂਕਿ ਦੇਖੋ ਸਾਰੇ ਪਾਸੇ ਤਾਂ ਲੋਕਡਾਊਨ ਚੱਲ ਰਿਹਾ, ਉੱਧਰ ਕਰੋਨਾ ਨਹੀਂ ਹੈਗਾ, ਇਸੇ ਕਰਕੇ ਘਰ ਬਣਾਇਆ ਜਾ ਰਿਹਾ ਹੈ। ਬੇਵਕੂਫ ਬਣਾ ਰਹੇ ਆ ਕਰੋਨਾ ਦੇ ਨਾਮ ਤੇ ਲੋਕਾਂ ਨੂੰ, ਕਿ ਉੱਥੇ ਕਰੋਨਾ ਨਹੀਂ, ਉਹਨਾਂ ਮਜ਼ਦੂਰਾਂ ਨੂੰ ਕਰੋਨਾ ਨਹੀਂ ਹੋ ਸਕਦਾ। ਜਦੋਂ ਲਾਸਟ ਈਅਰ ਅਮਿਤਾਭ ਬੱਚਨ ਨੂੰ ਕਰੋਨਾ ਹੋਇਆ, ਉਹ ਸਰਵਾਈਵ ਕਰ ਸਕਦੇ ਆ, ਤੇ ਇੱਕ ਮਿਡਲ ਕਲਾਸ ਬੰਦਾ, ਯੰਗ ਤੋਂ ਯੰਗ ਬੰਦਾ ਮਰ ਰਿਹਾ ਜੀ। ਨਾ ਉਹ ਦਵਾਈ ਅਰੇਂਜ ਕਰ ਪਾ ਰਹੇ ਆ, ਨਾ ਮੈਡੀਸਨ ਹੈ, ਨਾ ਕਿਤੇ ਵੈਕਸੀਨ ਹੋ ਰਹੀ ਹੈ, ਨਾ ਕਿਤੇ ਆਕਸੀਜਨ ਆ ਰਹੀ ਹੈ। ਔਰ ਘਰ 'ਤੇ ਸਾਰਾ ਪੈਸਾ ਉਹਨਾਂ ਦੇ ਘਰ 'ਤੇ ਹੀ ਲੱਗ ਰਿਹਾ। ਸਾਡਾ ਆਮ ਜਨਤਾ ਦਾ ਜਿੰਨਾ ਵੀ ਅਸੀਂ ਟੈਕਸ ਭਰਦੇ ਹਾਂ, ਮੋਦੀ ਜੀ ਦੇ ਘਰ ਬਣਾਉਣ 'ਤੇ ਲੱਗ ਰਿਹਾ ਜੀ। ਇਹ ਚੀਜ਼ ਕਿਉਂ ਲੱਗ ਰਹੀ ਹੈ ਕਿ ਉੱਥੇ ਕਰੋਨਾ ਨਹੀਂ ਆ? ਮੈਨੂੰ ਇਸ ਕਰਕੇ ਲੱਗਦਾ ਜੀ, ਜਦ ਮੋਦੀ ਜੀ ਦਾ ਘਰ ਬਣ ਸਕਦਾ ਹੈ, ਉੱਥੇ ਕਰੋਨਾ ਨਹੀਂ ਹੋ ਸਕਦਾ, ਫਿਰ ਹੋਰ ਕਿਤੇ ਵੀ ਨਹੀਂ ਹੋ ਸਕਦਾ ਜੀ। ਇਹ ਤਾਂ ਇੱਕ ਅਫਵਾਹ ਹੈ ਜੀ, ਕਰੋਨਾ ਬਿਲਕੁਲ ਵੀ ਨਹੀਂ ਹੈਗਾ। ਕਿ ਜੇ ਹੁਣ ਦੇਖਿਆ ਜਾਵੇ ਤਾਂ ਕਾਫੀ ਇਸ ਟਾਈਮ ਤੇ ਜੋ ਸਾਡੇ ਦੇਸ਼ ਦੇ ਹਾਲਾਤ ਨੇ, ਕੁਝ ਰੀਸੈਂਟ ਜੋ ਚੀਜ਼ਾਂ ਹੋ ਰਹੀਆਂ ਨੇ, ਉਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰ ਲੈਂਦੇ ਆ। ਰੀਸੈਂਟਲੀ ਜਿਹੜੇ ਆ ਪੰਜਾਬ ਦੇ ਵਿੱਚ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਪੁਲਿਸ ਵਾਲਿਆਂ ਦੀਆਂ, ਬੜਾ ਕੁਝ ਡੇਲੀ ਦੇਖਣ ਨੂੰ ਮਿਲ ਰਿਹਾ। ਕੀ ਲੱਗਦਾ ਇਸ ਟਾਈਮ ਤੇ ਜੋ ਸਰਕਾਰਾਂ ਦੇ ਵੱਲੋਂ ਚੀਜ਼ਾਂ ਆ ਰਹੀਆਂ ਨੇ, ਜੋ ਗਵਰਨਮੈਂਟ EMPLOYEES ਦੇ ਉਹਨਾਂ ਵੱਲੋਂ ਚੀਜ਼ਾਂ ਆ ਰਹੀਆਂ ਨੇ, ਇਹ ਸਭ ਨੂੰ ਦੇਖਦੇ ਹੋਏ ਕਿਵੇਂ ਦਾ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋ ਦੇਸ਼ ਦੇ ਵਿੱਚ? ਮੈਮ ਬੜੀ ਸ਼ਰਮ ਦੀ ਗੱਲ ਹੈ, ਪਿੱਛੇ ਜਿਹੀ ਪੰਜਾਬ 'ਚੋਂ ਵੀਡੀਓ ਆਈ ਹੈ ਐਗ ਚੱਕਦੇ ਹੋਏ, ਹੈ ਨਾ, ਇੱਕ ਪੁਲਿਸ ਕਰਮਚਾਰੀ ਦੀ, ਤੇ ਮੇਬੀ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਬਟ ਜਿਨ੍ਹਾਂ ਨੇ ਵੀਡੀਓ ਬਣਾਈ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਪਾਣੀ ਚਾਹੀਦੀ ਸੀ। ਕਿ ਉਹ ਵੀ ਪਰਸਨ ਨੇ, ਚਲੋ ਉਹਨਾਂ ਨੂੰ ਇੱਕ ਵਾਰਨਿੰਗ ਦੇ ਕੇ ਛੱਡਣਾ ਚਾਹੀਦਾ ਸੀ, ਪਰ ਮਤਲਬ ਪੰਜਾਬ ਪੁਲਿਸ ਤੋਂ ਇਦਾਂ ਦੀ ਉਮੀਦ ਨਹੀਂ ਹੋਣੀ ਚਾਹੀਦੀ ਸੀ। ਰਹੀ ਗੌਰਮੈਂਟ ਦੀ ਗੱਲ, ਗੌਰਮੈਂਟ ਤਾਂ ਬਿਲਕੁਲ ਨਿਕੰਮੀ ਫੇਲ ਹੋ ਰਹੀ ਹੈ ਉੱਥੇ ਦੀ। ਕੈਪਟਨ ਸਾਹਿਬ ਵੀ ਕੁਝ ਨਹੀਂ ਕਰ ਰਹੇ। ਜਦੋਂ ਕਿਸਾਨਾਂ ਨੇ ਉਹਨਾਂ ਦੀ ਕੋਠੀ ਅੱਗੇ ਧਰਨਾ ਦਿੱਤਾ, ਉਦੋਂ ਵੀ ਉਹਨਾਂ ਨੇ ਲਾਠੀ ਚਾਰਜ ਕਰਾਇਆ, ਕਿਉਂਕਿ ਉਹ ਆਪਣੀ ਜ਼ਮੀਨ ਦਾ ਹੱਕ ਮੰਗ ਰਹੇ ਸੀਗੇ ਕਿ ਤੁਸੀਂ ਸਾਨੂੰ 7-8 ਲੱਖ ਰੁਪਇਆ ਦੇ ਰਹੇ ਹੋ, ਜਿੱਥੇ 1.5 ਕਰੋੜ ਦਾ ਕਿੱਲਾ ਹੈ ਜੋ ਫਲਾਈਓਵਰ ਉੱਥੋਂ ਕੱਢਿਆ ਗਿਆ। ਤੇ ਉਹ ਕੋਈ ਗਲਤ ਗੱਲ ਨਹੀਂ ਹੈ, ਹਰ ਇਨਸਾਨ ਨੂੰ ਆਪਣਾ ਰਾਈਟ ਮੰਗਣ ਦਾ ਹੱਕ ਹੈਗਾ ਕਿ ਅਗਰ ਮੈਨੂੰ ਕੋਈ ਚੀਜ਼, ਮੇਰੀ ਚੀਜ਼ ਹੈ, ਮੈਂ ਆਪਣੇ ਹਿਸਾਬ ਨਾਲ ਵੇਚਣਾ ਚਾਹੁੰਦੀ ਹਾਂ। ਮੈਂ ਇਹ ਨਹੀਂ ਚਾਹੁੰਦੀ ਕਿ ਗੌਰਮੈਂਟ ਮੇਤੋਂ ਮੇਰੀ ਚੀਜ਼ 1.5 ਕਰੋੜ ਦੀ ਤਾਂ ਗੌਰਮੈਂਟ 7 ਲੱਖ 'ਚ ਕਿਵੇਂ ਲੈ ਜਾਏਗੀ। ਤੇ ਉਹਨਾਂ ਨੇ ਧਰਨਾ ਦਿੱਤਾ ਇਸ ਗੱਲ ਤੇ, ਉੱਥੇ ਵੀ ਲਾਠੀ ਚਾਰਜ। ਬਿਲਕੁਲ ਨਿਕੰਮੀ ਸਰਕਾਰ ਹੈ, ਕੈਪਟਨ ਤਾਂ ਬਿਲਕੁਲ ਫੇਲ ਨੇ। ਕਰੋਨਾ ਦੀ ਗੱਲ ਕਰ ਰਹੀਏ ਤਾਂ ਕਹਿੰਦੇ ਕੇਸਿਸ ਵੱਧ ਰਹੇ ਨੇ। ਹੁਣ ਕਿਹਾ ਜਿਹੜਾ ਟੈਸਟਿੰਗ ਘਟਾਤੀ, ਕੇਸਿਸ ਘਟ ਜਾਣਗੇ, ਉਸ ਚੀਜ਼ ਦੇ ਨਾਲ ਦੇ ਬੜੀਆਂ ਨਿਊਜ਼, ਬੜੀਆਂ ਅਫਵਾਹਾਂ ਵੀ ਕਹਿ ਸਕਦੇ ਸਾਹਮਣੇ ਆ ਰਹੀਆਂ ਨੇ ਦੇਖਣ ਨੂੰ। ਪਰ ਉੱਥੇ ਹੀ ਇੱਕ ਚੀਜ਼ ਆ ਰਹੀ ਕਿ ਵੈਕਸੀਨ ਲਗਵਾ ਲਓ, ਪਰ ਕੁਝ ਲੋਕਾਂ 'ਚ ਡਰ ਨਜ਼ਰ ਆ ਰਿਹਾ ਹੈ ਵੈਕਸੀਨ ਨੂੰ ਲੈ ਕੇ। ਲੋਕ ਡਰ ਵੀ ਰਹੇ ਨੇ, ਲਗਵਾ ਨਹੀਂ ਰਹੇ, ਜਿਸ ਨੂੰ ਅਵੋਇਡ ਵੀ ਕਰ ਰਹੇ। ਉਹ ਚੀਜ਼ ਕਿਉਂ ਤੁਹਾਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਇਹ ਚੀਜ਼ ਕਿਉਂ ਆ ਕਿ ਆਪਣੀਆਂ ਹੀ ਮੈਡੀਸਿਨਸ ਤੇ ਆਪਣੇ ਹੀ ਦੇਸ਼ 'ਚ ਜਿਹੜੇ ਮੈਡੀਸਿਨਸ ਬਣੀਆਂ ਨੇ, ਲੋਕਾਂ ਨੂੰ ਯਕੀਨ ਕਿਉਂ ਨਹੀਂ ਆ? ਮੈਮ ਫਸਟ ਆਫ ਆਲ ਲੋਕਾਂ ਨੂੰ ਸਰਕਾਰ ਤੇ ਯਕੀਨ ਨਹੀਂ ਹੈ, ਫਿਰ ਵੈਕਸੀਨ ਤੇ ਤਾਂ ਬਿਲਕੁਲ ਯਕੀਨ ਨਹੀਂ ਹੋਏਗਾ। ਜਿਸ ਬੰਦੇ ਨੂੰ ਕਰੋਨਾ ਹੈ, ਜੋ ਲਗਵਾਉਣਾ ਚਾਹੁੰਦਾ ਲਗਵਾਵੇ, ਜਿਸ ਨੇ ਨਹੀਂ ਲਗਵਾਉਣੀ ਨਾ ਲਗਵਾਵੇ। ਦੂਜੀ ਗੱਲ, ਕਰੋਨਾ ਹੈ ਹੀ ਨਹੀਂ ਤਾਂ ਬੰਦਾ ਵੈਕਸੀਨ ਕਿਉਂ ਲਗਵਾਵੇ? ਹੋਰ ਵੀ ਡਿਸੀਜ਼ ਹੈ ਕਿ ਹੁਣ ਹੋਰ ਕਿਸੇ ਡਿਸੀਜ਼ ਨਾਲ ਬੰਦਾ ਮਰਦਾ ਨਹੀਂ ਹੈਗਾ, ਉਹ ਕੋਈ ਖਬਰ ਨਹੀਂ ਆਉਂਦੀ। ਦੂਜੀ ਗੱਲ, ਹੋਰ ਕੰਟਰੀਜ਼ ਟੈਸਟ ਨਹੀਂ ਹੋ ਰਹੇ, ਇਸ ਲਈ ਉੱਥੇ ਕਰੋਨਾ ਦੇ ਕੇਸਿਸ ਨਹੀਂ। ਅਗਰ ਆਪਣੇ ਭਾਰਤ 'ਚ ਵੀ ਲਾਸਟ ਈਅਰ ਦੀ ਤਰ੍ਹਾਂ ਜਿੱਦਾਂ ਆਪਾਂ ਮਿਡ 'ਚ ਆ ਕੇ ਪਹਿਲਾਂ ਵੀ ਆਪਾਂ ਟੈਸਟਿੰਗ ਬੰਦ ਕਰਤੀ ਸੀ, ਅਗਰ ਆਪਾਂ ਟੈਸਟਿੰਗ ਬੰਦ ਕਰ ਦਾਂਗੇ ਤਾਂ ਕਰੋਨਾ ਨਹੀਂ ਆਵੇਗਾ। ਔਰ
ਕਰੋਨਾ ਕੋਈ ਬਿਮਾਰੀ ਨਹੀਂ ਹੈਗੀ, ਇਹ ਆਮ ਫਲੂ ਹੈ, ਲੋਕਾਂ ਨੂੰ ਵੈਸੇ ਹੀ ਡਰਾਇਆ ਜਾ ਰਿਹਾ ਹੈ ਇਸ ਦੇ ਨਾਲ। ਸੋ ਇੱਕ ਵਾਰ ਫਿਰ ਤੋਂ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਆ ਲੋਕਾਂ ਨੇ ਧਰਨੇ ਲਗਾਉਣੇ ਸਟਾਰਟ ਕਰ ਦਿੱਤੇ ਆ ਕਿ ਕਿਸਾਨਾਂ ਅੰਦੋਲਨ ਨੂੰ ਜਾਇਆ ਜਾਵੇ, ਟਰਾਲੀਆਂ ਭਰ ਕੇ ਚਾਹੇ ਫਿਰ ਹੁਮ ਹੁਮਾ ਕੇ ਦਿੱਲੀ ਪਹੁੰਚੇ, ਇੱਕ ਵਾਰ ਫਿਰ ਤੋਂ ਜਿਹੜਾ ਉੱਥੇ ਇਕੱਠੇ ਹੋ ਜਾਵੇ। ਹਾਲਾਂਕਿ ਅਜੇ ਵੀ ਉੱਥੇ ਉਸੇ ਤਰੀਕੇ ਨਾਲ ਅੰਦੋਲਨ ਚੱਲ ਰਿਹਾ ਹੈ ਕਿਤੇ ਨਾ ਕਿਤੇ, ਪਰ ਫਿਰ ਵੀ ਜਿਹੜਾ ਆ ਪਿੰਡਾਂ ਦੇ ਵਿੱਚ ਇਹ ਇੱਕ ਵਾਰ ਫਿਰ ਤੋਂ ਮੁਹਿੰਮ ਸਟਾਰਟ ਹੋ ਗਈ ਆ। ਹਾਂਜੀ ਹਾਂਜੀ, ਉਹ ਥੋੜਾ ਜਿਹਾ ਲੋਕਡਾਊਨ ਕਰਕੇ ਥੋੜਾ ਜਿਹਾ ਪਿੱਛੇ ਆ ਗਏ ਸੀਗੇ, ਬਟ ਫਿਰ ਤੋਂ ਕੱਲ ਹੀ ਸਾਡੇ ਫੈਮਿਲੀ ਮੈਂਬਰਸ ਉੱਥੇ ਜਾ ਕੇ ਆਏ, ਬਹੁਤ ਅੱਛਾ ਚੱਲ ਰਿਹਾ ਸਾਰਾ ਕੁਝ, ਪਹਿਲਾਂ ਨਾਲੋਂ ਵੱਧ ਲੋਕ ਪਹੁੰਚ ਚੁੱਕੇ ਹਨ ਜੀ। ਕੋਈ ਲੋਕਡਾਊਨ ਦਾ ਕੋਈ ਅਸਰ ਨਹੀਂ ਹੈ, ਨਾ ਲੋਕ ਮੰਨਣਗੇ ਲੋਕਡਾਊਨ ਕੋਈ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਹੈਗਾ। ਕਰੋਨਾ ਦਾ ਤਾਂ ਕੋਈ ਸੋਲੂਸ਼ਨ ਨਹੀਂ ਹੈ। ਕਰੋਨਾ ਅਗਰ ਹੈ ਤਾਂ ਮੋਦੀ ਸਾਹਿਬ ਆਕਸੀਜਨ ਅਰੇਂਜ ਕਰਨ, ਡਾਕਟਰ ਸਟਾਫ ਅਰੇਂਜ ਕਰਨ, ਪਲੱਸ ਵੈਕਸੀਨ ਅਰੇਂਜ ਕਰਨ। ਹਾਂਜੀ, ਕੀ ਨਾਮ ਹੈ? ਸੁਖਬੀਰ ਸਿੰਘ ਹੈ ਜੀ। ਸੁਖਬੀਰ ਜੀ, ਕਿੰਨੇ ਦਿਨਾਂ ਤੋਂ ਆ ਰਹੇ ਹੋ? ਸਾਡਾ ਅੱਜ ਪਹਿਲਾ ਦਿਨ ਹੀ ਅਸੀਂ ਬੈਂਕ 'ਚ ਜੌਬ ਕਰਦੇ ਹਾਂ। ਓਕੇ, ਹਾਂਜੀ, ਕਿੱਥੋਂ? ਅਸੀਂ ਸਾਡਾ ਪਿੱਛਾ ਤਾਂ ਹੈਗਾ ਜੀ ਸੰਗਰੂਰ ਏਰੀਆ ਜੀ ਸਾਡਾ, ਪਰ ਇੱਥੇ ਅਸੀਂ ਬਲਟਾਣਾ ਰਹਿਣੇ ਹੈਗੇ। ਓਕੇ, ਤੇ ਫਿਰ ਅੱਜ ਕਿਵੇਂ ਪਲੈਨਿੰਗ ਕੀਤੀ ਕਿ ਅੱਜ ਜਾਣਾ ਆ? ਪਲੈਨਿੰਗ ਅੱਜ ਛੁੱਟੀ ਸੀਗੀ, ਨਹੀਂ ਅੱਗੇ ਰੈਗੂਲਰ ਹੁੰਦਾ ਸੀਗਾ। ਪਿਛਲੀ ਵਾਰ ਅਸੀਂ ਬਿਜੀ ਰਹਿੰਦੇ ਸੀਗੇ, ਜ਼ਿਆਦਾਤਰ ਘਰੇ ਕੰਮਕਾਰ 'ਚ ਹੱਥ ਵਟਾਏ ਹੁੰਦੇ ਸੀਗੇ ਵੀ ਚਲੋ ਹੁਣ ਇਸ ਵਾਰ ਘਰੇ ਗਏ ਨਹੀਂ ਹੈਗੀ ਵੀ ਚਲੋ ਵੀ ਇੱਥੇ ਡਿਊਟੀ ਸੇਵਾ ਲਵਾ ਕੇ ਆਉਣੀ ਹੈਗੀ। ਓਕੇ, ਅੱਜ ਫਸਟ ਟਾਈਮ ਆਏ ਹੋ ਇੱਥੇ ਕਿ ਪਹਿਲਾਂ ਵੀ ਕਦੀ ਆਏ ਸੀ? ਇੱਕ ਵਾਰ ਪਹਿਲਾਂ ਆਏ ਸੀਗੇ, ਅੱਜ ਫਸਟ ਟਾਈਮ ਹੈ। ਜ਼ਿਆਦਾ ਲੌਂਗ ਟਾਈਮ ਅੱਜ ਫਸਟ ਟਾਈਮ ਇੱਥੇ ਪਹਿਲੀ ਵਾਰ ਆ। ਤੇ ਕਿਵੇਂ ਅੱਗੇ ਸੋਚਦੇ ਹੋ, ਅੱਗੇ ਆਓਗੇ ਹੁਣ? ਆਵਾਂਗੇ ਜੀ, ਰੈਗੂਲਰ ਹੀ ਆਵਾਂਗੇ ਜਿੰਨਾ ਟਾਈਮ ਸਾਡਾ ਇਹ ਚੱਲਦਾ ਰਹੂਗਾ ਨਾ ਅੰਦੋਲਨ। ਬੇਸ਼ੱਕ ਸਾਨੂੰ ਇੱਥੇ ਸਾਲ ਬੈਠਣਾ ਪੈ ਜੇ, 2 ਸਾਲ ਬੈਠਣਾ ਪੈ ਜੇ, ਪਰ ਮੈਂ ਸਰਕਾਰ ਅੱਗੇ ਇਹੀ ਦਰਖਾਸਤ ਹੈਗੀ ਕਿਉਂਕਿ ਲੋਕਾਂ ਨੇ ਤੁਹਾਨੂੰ ਚੁਣਿਆ, ਲੋਕਾਂ ਲਈ ਹੀ ਸਰਕਾਰ ਹੁੰਦੀ ਹੈ। ਜੇ ਲੋਕਾਂ ਦੇ ਨਹੀਂ ਕੰਮ ਕਰੋਗੇ ਫਿਰ ਤੁਸੀਂ ਹੋਰ ਕੀ ਵਪਾਰੀਆਂ ਦੇ ਕਰੋਗੇ ਤੁਸੀਂ, ਜਿੰਨਾ ਕਰਕੇ ਤੁਸੀਂ ਬੱਲੇ ਲਿਆਂਦੇ ਨੇਗੇ। ਸੋ ਕਿਵੇਂ ਦੇਖ ਰਹੇ ਹੋ ਹੁਣ ਅੱਗੇ, ਮਤਲਬ ਕਿ ਕਿਸ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ ਹੈ, ਕੀ ਸਿੱਟਾ ਨਿਕਲੇਗਾ, ਕੀ ਰਿਜ਼ਲਟ ਹੋਏਗਾ, ਕਦੋਂ ਕੁ ਤੱਕ ਜਿਹੜਾ ਆ ਮਸਲੇ ਦਾ ਹੱਲ ਹੋਏਗਾ? ਹੁਣ ਤੱਕ ਜਿੰਨਾ ਟਾਈਮ ਤੋਂ ਅੰਦੋਲਨ ਚੱਲ ਰਿਹਾ ਹੈਗਾ ਹਜੇ ਤੱਕ ਤਾਂ ਪੀਸਫੁਲ ਹੀ ਆ, ਪਰ ਜੇ ਅੱਗੇ ਖਰਾਬ ਹੋਊਗਾ ਤਾਂ ਉਹ ਸਰਕਾਰਾਂ ਦੀਆਂ ਗੰਦੀਆਂ ਰਾਜਨੀਤੀਆਂ ਹੀ ਕਰਨਗੀਆਂ। ਕਿਉਂਕਿ ਜਿਹੜੇ ਵੀ ਲੋਕ ਬੈਠੇ ਨੇਗੇ ਇੱਥੇ ਅੱਜ ਤੱਕ ਕਿਤੇ ਵੀ ਥਾਂ ਕਿਸੇ ਵੀ ਜਗ੍ਹਾ ਤੋਂ ਕੋਈ ਇਹੋ ਜਿਹੀ ਕੰਪਲੇਂਟ ਨਹੀਂ ਆਈ ਹੈਗੀ ਵੀ ਜਿੱਥੇ ਕਿਸੇ ਵੀ ਆਪਣੇ ਕਿਸਾਨੀ ਅੰਦੋਲਨ ਤੇ ਕੋਈ ਇਹੋ ਜਿਹਾ ਕੋਈ ਦਾਗ ਲੱਗਿਆ ਹੋਵੇ। ਬਾਕੀ ਮਾੜੇ ਮੋਟੇ ਗਿਲੇ ਸ਼ਿਕਵੇ ਹਰ ਇੱਕ ਚੀਜ਼ ਜਿੱਥੇ ਕਹਿੰਦੇ ਨੇ 2 ਭਾਂਡੇ ਹੋਣ ਉਹ ਤਾਂ ਖੜਕਦੇ ਰਹਿੰਦੀ ਨਹੀਂਗੀ। ਬਾਕੀ ਅੱਗੇ ਦੇਖਦੇ ਹਾਂ ਵੀ ਸਰਕਾਰਾਂ ਨਾਲ ਜੇ ਸਾਡੇ ਕਿਸਾਨ ਆਗੂ ਨੇ ਜਿਹੜੇ ਮੌਤਵਰ ਨੇ ਗੱਲਾਂ ਕਰਦੇ ਨੇਗੇ, ਜੋ ਵੀ ਬੈਠਕ ਹੁੰਦੀ ਹੈ ਅੱਗੇ ਜੋ ਵੀ ਸੱਟਾ ਨਿਕਲਦਾ ਉਹ ਸਾਡੇ ਸਿਰ ਮੱਥੇ ਹੋਊਗਾ। ਫਿਊਚਰ ਕਿਵੇਂ ਦੇਖ ਰਹੇ ਹੋ ਦੇਸ਼ ਦੇ ਵਿੱਚ ਆਪਣਾ ਇਸ ਟਾਈਮ ਤੇ? ਫਿਊਚਰ ਇਸ ਟਾਈਮ ਤਾਂ ਜੀ ਕੁਝ ਕਹਿ ਨਹੀਂ ਸਕਦੇ ਹੈਗੇ। ਹੁਣ ਜਿਵੇਂ ਮੰਨ ਲਓ ਅਸੀਂ ਖੁਦ ਆ, ਜੋ ਪ੍ਰਾਈਵੇਟ ਬੰਦਾ ਵੀ ਆ, ਸਰਕਾਰੀ ਵੀ ਆ, ਹਰ ਇੱਕ ਬੰਦਾ ਅੱਕਿਆ ਪਿਆ। ਹੁਣ ਹਰ ਇੱਕ ਬੰਦਾ ਆਪਦੀ ਨੌਕਰੀ ਬਚਾਉਣ ਖਾਤਰ ਕਿਸੇ ਨਾ ਕਿਸੇ ਦਾ ਗਲਾ ਵੱਢ ਰਿਹਾ। ਜਿਵੇਂ ਹੁਣ ਵਪਾਰੀ ਆ, ਕੋਈ ਦੁਕਾਨਦਾਰ ਆ, ਠੀਕ ਹੈ, ਦੁਕਾਨਦਾਰ ਹੁਣ ਅੱਜ ਦੇ ਟਾਈਮ 'ਚ ਕਰੋਨਾ ਮਹਾਮਾਰੀ ਦਾ ਜਿਹੜਾ ਕਹਿ ਰਹੇ ਨੇ ਵੀ ਦੌਰ ਚੱਲ ਰਿਹਾ ਹੈਗਾ, ਮੈਨੂੰ ਤਾਂ ਲੱਗਦਾ ਨਹੀਂ ਕਰੋਨਾ ਮਹਾਮਾਰੀ ਕੋਈ ਹੋਊਗੀ ਕਿਉਂਕਿ ਅਸੀਂ ਖੁਦ ਜੌਬ ਕਰਦੇ ਹਾਂ, ਕਿਉਂਕਿ ਅਸੀਂ ਫੀਲਡ ਦੇ ਵਿੱਚ ਰਹਿੰਦੇ ਹਾਂ। ਅੱਜ ਤੱਕ 9 ਜਿੰਨਾ ਵੀ ਨਹੀਂ ਕੋਈ ਬੁਖਾਰ ਹੋਇਆ ਹੈਗਾ। ਬਾਕੀ ਮੇਨ ਗੱਲ ਇਹ ਹੈ ਕਿ ਵੀ ਜਿਹੜੇ ਵੀ ਹੁਣ ਅੱਗੇ ਵਾਸਤੇ ਜੋ ਦੁਕਾਨਦਾਰ ਨੇਗੇ, ਜੋ ਰੇਹੜੀਆਂ ਵਾਲੇ ਨੇਗੇ, ਜੋ ਮੁੱਲ ਵਾਲੇ ਨੇਗੇ, ਉਹ ਕਮ ਸੇ ਕਮ ਆਮ ਲੋਕਾਂ ਨੂੰ ਜਿੰਨਾ ਪਹਿਲਾਂ ਬਜਟ ਤੇ ਮਿਲਦੇ ਕੁਛ ਨਾ ਕੁਛ ਰਿਆਇਤਾਂ ਦੇਣ ਤਾਂ ਜੋ ਆਮ ਬੰਦਾ ਰੋਟੀ ਚੰਗੇ ਢੰਗ ਨਾਲ ਖਾ ਸਕੇ। ਵੈਸੇ ਵੀ ਆਪਣੀ ਸਰਕਾਰ ਰੋਟੀ ਖਵਾਉਣ ਤੇ ਲੱਗੀ ਹੋਈ ਹੈਗੀ। ਸੋ ਇਹਦੇ ਨਾਲ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਤੁਸੀਂ ਆਮ ਲੋਕਾਂ ਦੀ ਗੱਲ ਕੀਤੀ ਆ। ਅਸੀਂ ਹੁਣੇ ਗੱਲਬਾਤ ਕੀਤੀ, ਉੱਥੇ ਇੱਕ ਰਿਕਸ਼ੇ ਵਾਲੇ ਸੀ, ਕੁਛ ਇੱਦਾਂ ਦੇ ਲੋਕ ਜੋ ਡੇਲੀ ਵੇਜਿਸ ਤੇ ਡਿਪੈਂਡ ਹੁੰਦੇ ਨੇ। ਲੋਕਡਾਊਨ ਲੱਗ ਰਿਹਾ, ਕਰਫਿਊ ਲੱਗ ਰਿਹਾ, ਉਹ ਲੋਕਾਂ ਦੀ ਹਾਲਤ ਜਿਹੜੀ ਆ ਬਹੁਤ ਖਰਾਬ ਹੋ ਚੁੱਕੀ ਆ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਖੁਦ ਬੈਂਕ ਦੇ ਵਿੱਚ ਜੌਬ ਕਰਦਾ, ਠੀਕ ਹੈ। ਜਿਹੜਾ ਸਾਡਾ ਹੈਗਾ ਕਿਉਂਕਿ ਲੋਨ ਡਿਪਾਰਟਮੈਂਟ ਦਾ ਕੰਮ ਹੈਗਾ, ਜਾਂ ਤਾਂ ਇਹ ਪ੍ਰੋਪਰ ਤਰੀਕੇ ਨਾਲ ਹੀ ਲੋਕਡਾਊਨ ਲਾ ਦੇਣ ਜਾਂ ਕਸਟਮਰ ਨੂੰ ਮੋਨੀਟੋਰੀਅਮ ਪੀਰੀਅਡ ਮਿਲ ਜੇ। ਹੁਣ ਕੀ ਕਰਦੇ ਹਾਂ, ਜਦੋਂ ਅਸੀਂ ਰਿਕਵਰੀ ਤੇ ਜਾਂਦੇ, ਮੈਂ ਖੁਦ ਦੇ ਹਾਲਾਤ ਦੱਸਦਾ, ਰਿਕਵਰੀ ਤੇ ਜਾਂਦੇ ਸਾਡੇ ਉੱਤੋਂ ਬੈਂਕ ਵਾਲਿਆਂ ਦਾ ਪ੍ਰੈਸ਼ਰ ਹੁੰਦਾ ਵੀ ਤੁਸੀਂ ਪੈਸਾ ਲੈ ਕੇ ਆਓ, ਠੀਕ ਹੈ। ਜੇ ਹੁਣ ਅਸੀਂ ਕੰਮ ਕਰਕੇ ਨਹੀਂ ਦੇਵਾਂਗੇ ਤਾਂ ਸਾਡੀਆਂ ਵੀ ਸੈਲਰੀਆਂ ਰੁਕਦੀਆਂ ਨੇ। ਮੈਂ ਤੁਹਾਨੂੰ ਉਹੀ ਪਹਿਲਾਂ ਹੀ ਪੁਆਇੰਟ ਦੱਸ ਕੇ ਹਟਿਆ ਵੀ ਹਰ ਇੱਕ ਬੰਦਾ ਆਪਦੀ ਨੌਕਰੀ ਬਚਾਉਣ ਖਾਤਰ ਲੋਕਾਂ ਦਾ ਗਲ ਵੱਢ ਰਿਹਾ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਿਹਾ। ਪਰ ਇਹ ਹੋਰ ਤਾਂ ਰਿਹਾ ਜੇ ਉੱਪਰੋਂ ਸਰਕਾਰਾਂ ਇੱਕ ਸੋਲੂਸ਼ਨ ਨਹੀਂ ਕਰਦੀਆਂ। ਜੇ ਮੰਨ ਲਓ ਕੁਝ ਕਹਿ ਦੇਣ ਜਾਂ ਉੱਪਰੋਂ ਕੋਈ ਇਹੋ ਜਿਹੇ ਆਦੇਸ਼ ਆਉਂਦੇ ਨੇ ਕਿ ਵੀ ਹਾਂ ਵੀ ਜਿਵੇਂ ਪਿਛਲੇ ਸਾਲ ਜੋ ਅਸਲ ਵਿੱਚ 21 ਦਿਨਾਂ ਦਾ ਲੋਕਡਾਊਨ ਲੱਗਿਆ ਸੀਗਾ, ਜਾਂ ਤਾਂ ਉਹ ਲਾ ਦੇਣ। ਜੇ ਉਹਨਾਂ ਨੂੰ ਲੱਗਦਾ ਵੀ ਕਰੋਨਾ ਹੈਗਾ ਤਾਂ ਉਹ ਲੋਕਡਾਊਨ ਲਾ ਦੇਣ। ਪਰ ਉਹਨਾਂ ਨੇ ਹੁਣ ਮੋਦੀ ਨੇ ਆਪਦੇ ਉੱਤੋਂ ਪੰਡ ਲਾਉਣ ਦੀ ਖਾਤਰ ਵੀ ਜਿਹੜਾ ਉਹਨੇ ਪਿਛਲੀ ਵਾਰ ਕੀਤਾ, ਉਹਨੇ ਸਰਕਾਰ ਜਿਹੜੇ ਸਟੇਟ ਦੀਆਂ ਗੌਰਮੈਂਟਾਂ ਨੇਗੀਆਂ ਉਹਨਾਂ ਮੁੱਖ ਮੰਤਰੀ ਉੱਤੇ ਸਾਰਾ ਤੁਸੀਂ ਕਹਿਤਾ ਵੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਚੱਲੋ ਵੀ ਕੱਲ੍ਹ ਨੂੰ ਮੇਰੇ ਤੇ ਗੱਲ ਨਾ ਆਵੇ। ਪਿਛਲੇ ਸਾਲ ਦੀ ਲੋਕਡਾਊਨ ਲਾਇਆ ਦੀ ਸਾਰੇ ਲੋਕਾਂ ਨੇ ਮੋਦੀ ਨੂੰ ਗਾਲਾਂ ਕੱਢੀਆਂ ਨੇਗੇ, ਨਾ ਕਿ ਜਿਹੜੀਆਂ ਆਪਣੀਆਂ ਸਟੇਟ ਦੀਆਂ ਗੌਰਮੈਂਟਾਂ ਦੀ ਉਹਨਾਂ ਨੂੰ ਕੁਝ ਕਿਹਾ ਹੈਗਾ। ਸੋ ਜੇ ਦੇਸ਼ ਦੀ ਹੁਣ ਗੱਲ ਕਰਦੇ ਤੇ ਕਿਵੇਂ ਦੀ ਸਰਕਾਰ ਚਾਹੁੰਦੇ ਹੋ ਕਿ ਦੇਸ਼ ਕਿਵੇਂ ਦੀ ਸਰਕਾਰ ਲੈ ਕੇ ਆਣੀ? ਸਰਕਾਰ ਜਿਹੜੀ ਲੋਕਾਂ ਦੇ ਹਿੱਤਾਂ ਲਈ ਹੋਵੇ। ਹੁਣ ਵੀ ਜਿਹੜੀ ਸਰਕਾਰ ਚੁਣੀ ਸੀਗੀ ਆਪਾਂ ਨੇ, ਇਹ ਲੋਕਾਂ ਦੇ ਹਿੱਤਾਂ ਲਈ ਕਰੀ ਸੀ, ਪਰ ਕੀ ਪਤਾ ਤੀ ਇਹਦੇ ਵਿੱਚ ਕੁਝ ਘਟੀਆ ਇਨਸਾਨ ਨੇਗੇ। ਆਪਾਂ ਸਾਰੇ ਨਹੀਂ ਕਹਿੰਦੇ ਵੀ ਸਾਰੇ ਹੀ ਮਾੜੇ ਨੇਗੇ, ਠੀਕ ਹੈ। ਕੁਝ ਇਹੋ ਜਿਹੇ ਕੋਈ ਸ਼ਰਾਰਤੀ ਅੰਸਰ ਹੁੰਦੇ ਨੇਗੇ ਵੀ ਜਿਹੜੇ ਸਰਕਾਰ ਨੂੰ ਆਪਦੇ ਨਿੱਜੀ ਫਾਇਦੇ ਵਾਸਤੇ ਡਾਊਨ ਕਰ ਦਿੰਦੇ ਨੇ। ਜੇ ਹੁਣ ਮੰਨ ਲਓ ਅੱਗੇ ਵਾਸਤੇ ਜਿਹੜੀ ਫਿਊਚਰ ਪਲੈਨਿੰਗ ਆਉਂਦੀ ਹੈ, ਜੇ ਜਿਹੜੀ ਸਰਕਾਰ ਕਿਸਾਨਾਂ ਵਾਸਤੇ ਚੰਗਾ ਸੋਚੂਗੀ,
ਕਿਸਾਨ ਹਮੇਸ਼ਾ ਹੀ ਉਹਨਾਂ ਦਾ ਸਾਥ ਦੇਣਗੇ, ਹਮੇਸ਼ਾ ਹੀ ਉਹੀ ਜਿਹੀ ਸਰਕਾਰ ਚੁਣਨਗੇ। ਬਿਲਕੁਲ ਉਹੀ ਚੀਜ਼ ਹੈ ਕਿ ਹੁਣ ਜਿਹੜੀ ਸਰਕਾਰ ਆ ਲੋਕ ਇਦਾਂ ਦੀ ਚੁਣਨਾ ਚਾਹੁੰਦੇ ਨੇ ਜੋ ਕਿ ਲੋਕਾਂ ਦੇ ਹਿੱਤਾਂ ਦੇ ਲਈ ਸੋਚਣ, ਲੋਕਾਂ ਦੇ ਲਈ ਸੋਚੇ ਜਾਂ ਕੁਝ ਸੋਚਣ, ਕਿਉਂਕਿ ਆਮ ਜਨਤਾ ਦੇ ਵੱਲੋਂ ਜਿਹੜੀਆਂ ਨੇ ਸਰਕਾਰਾਂ ਬਣਦੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਮਟਕਾ ਚੌਂਕ ਤੇ ਤੁਹਾਨੂੰ ਇੱਕ ਟਰਾਲੀ ਟਰੈਕਟਰ ਨਜ਼ਰ ਆ ਰਿਹਾ ਹੋਏਗਾ। ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਪਾਣੀ ਦੀਆਂ ਬੋਤਲਾਂ ਕਾਫੀ ਨਜ਼ਰ ਆ ਰਹੀਆਂ ਨੇ, ਜੋ ਕਿ ਪਾਣੀ ਅਸੀਂ ਪਹਿਲਾਂ ਕੁਝ ਟਾਈਮ ਦੇਖ ਰਹੇ ਸੀ ਕਿ ਪਾਣੀ ਰੱਖਿਆ ਜਾ ਰਿਹਾ ਸੀ। ਸੋ ਇੱਥੇ ਗੱਲਬਾਤ ਕਰ ਲੈਂਦੇ ਆ, ਕੁਝ ਨੌਜਵਾਨ, ਕੁਝ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ ਜੋ ਕਿ ਡੇਲੀ ਇੱਥੇ ਆ ਕੇ ਫਾਰਮਰਸ ਨੂੰ ਸਪੋਰਟ ਕਰਨ ਦੇ ਲਈ ਖੜਦੇ ਨੇ ਕਾਫੀ ਟਾਈਮ ਤੱਕ, ਫਿਰ ਚਾਹੇ ਠੰਡ ਹੋਵੇ, ਗਰਮੀ ਹੋਵੇ, ਫਿਰ ਚਾਹੇ ਧੁੱਪ ਹੀ ਕਿਉਂ ਨਾ ਹੋਵੇ ਜਾਂ ਫਿਰ ਮੌਸਮ ਬਾਰਿਸ਼ ਦਾ ਹੋਵੇ, ਹਮੇਸ਼ਾ ਲੋਕ ਡੇਲੀ ਆਉਂਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸੋ ਸਭ ਤੋਂ ਪਹਿਲਾਂ ਤੇ ਦੱਸੋ ਕਿ ਇਹ ਟਰਾਲੀ ਜਿਹੜੀ ਆ ਕਿਵੇਂ ਪਲਾਨ ਕੀਤੀ ਤੇ ਕਿਵੇਂ ਲੈ ਕੇ ਜਾ ਰਹੇ ਹੋ? ਇਹ ਸਾਡੇ ਕੋਲ 40 ਸੈਕਟਰ ਤੋਂ ਜਸਪ੍ਰੀਤ ਬਾਈ ਜੀ ਆ 44 ਤੋਂ, ਉਹ ਆਏ ਹੀ ਕੱਲ, ਉਹ ਆਂਦੇ ਵੀ ਇਦਾਂ ਪਲਾਨ ਹੈ ਮੈਂ ਟਰੈਕਟਰ ਲੈ ਕੇ ਜਾਣਾ, ਤੇ ਜੇ ਤੁਸੀਂ ਕੋਈ ਵਸਤੂ ਭੇਜਣੀ ਆ, ਜੇ ਪਾਣੀ ਭੇਜਣਾ ਵੀ ਦਿੱਲੀ ਤੋਂ ਪਾਣੀ ਦੀ ਦਿੱਕਤ ਚੱਲਣ ਰਹੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ, ਪਾਣੀ ਦੇ ਇੱਥੇ ਲੱਗ ਸਾਡੀਆਂ 20 ਤੋਂ 25 ਪੇਟੀਆਂ ਤੇ ਇੱਥੇ ਲੱਗ ਜਾਂਦੀਆਂ ਮਟਕਾ ਚੌਂਕ ਤੇ ਡੇਲੀ। ਫਿਰ ਅਸੀਂ ਆਪਣੀ ਸਾਰੀ ਸੰਗਤ ਨੂੰ ਜਿੰਨੀ ਸਾਡੀ ਮਟਕਾ ਚੌਂਕ ਤੇ ਖੜਦੇ ਆ ਸਾਰਿਆਂ ਘਰੇ ਰਾਤ ਲੌਸਮੈਂਟ ਕੀਤੀ, ਬੇਨਤੀ ਕੀਤੀ ਵੀ ਦਿੱਲੀ ਟਰਾਲੀ ਜਾਣੀ ਹੈ ਕਿ ਪਾਣੀ ਦੀ ਭਰ ਕੇ ਜਿੰਨੇ ਵੀਰ ਨੇ, ਜਿੰਨੇ ਭੈਣ ਨੇ ਸੇਵਾ ਕਰਨੀ ਹੋਵੇ ਕੋਈ ਕਰ ਸਕਦਾ। ਤੇ ਸਵੇਰ ਦੇ ਉੱਤੋਂ ਸਾਡੀ ਗੁਰੂ ਸਾਹਿਬ ਦੀ ਕਿਰਪਾ ਬੇਨਤੀ ਮੰਨਦੇ ਹੋਏ, ਕਿਸਾਨ ਏਕਤਾ ਚੰਡੀਗੜ੍ਹ ਦੀ ਬੇਨਤੀ ਨੂੰ ਮੰਨਦੇ ਹੋਏ ਸਾਰੀ ਟੀਮ ਨੇ ਵੀ ਕੀਤੀ, ਕਲੈਕਸ਼ਨ ਕੀਤੀ ਆ। ਬਾਕੀ ਸੰਗਤ ਜਿੰਨੀ ਸਾਡੇ ਮਟਕਾ ਚੌਂਕ ਤੇ ਆਉਂਦੇ ਆ, ਹੋਰ ਵੀ ਕਈ ਵੀਰ ਜਿਨ੍ਹਾਂ ਨੇ ਫੋਨ ਤੇ ਵੀ ਸਾਨੂੰ ਸੰਪਰਕ ਕਰਕੇ ਪੇਮੈਂਟ ਭੇਜੀ ਆ, ਉਹਨਾਂ ਦਾ ਵੀ ਪਾਣੀ ਲਿਆ ਕੇ ਨਾਲ ਤਾਂ ਅਸੀਂ ਇਹ ਟਰਾਲੀ ਲੱਦ ਕੇ ਪਾਣੀ ਦੀ ਦਿੱਲੀ ਭੇਜ ਰਹੇ ਹਾਂ ਬਾਰਡਰ ਤੇ। ਸੋ ਕਿੱਥੋਂ ਮਤਲਬ ਕਿ ਅੱਜ ਜਿਹੜੀ ਆ ਇਹ ਟਰਾਲੀ ਦੇ ਵਿੱਚ ਪਾਣੀ ਜਿਹੜਾ ਸੰਗਤਾਂ ਦੇ ਵੱਲੋਂ ਸੇਵਾ ਕੀਤੀ ਗਈ ਆ? ਸਾਡੇ ਨਾਲ ਹਰਜੀਤ ਸਰਪੰਚ ਜੀ ਨੇ ਪੈਂਤਪੁਰ ਤੋਂ, ਉਹਨਾਂ ਵੱਲੋਂ ਵੀ 40-50 ਪੇਟੀਆਂ। ਕਿ ਸਾਡੇ ਕੋਲ ਇੱਥੇ ਸ਼ਬਦ ਸੰਧੂ ਹੈ ਮੁੰਡਾ, ਇਹਦੇ ਫਾਦਰ ਸਾਹਿਬ ਲੱਗ ਦੇ ਕੇ ਗਏ ਤੇ ਇਹ ਲੱਗ ਤੋਂ ਲੈ ਕੇ ਆਇਆ। ਸੋ ਅਲੱਗ-ਅਲੱਗ ਇਹਨਾਂ ਦੇ ਇੱਕ ਪਰਿਵਾਰ ਵੱਲੋਂ ਹੀ ਅਲੱਗ-ਅਲੱਗ 70-80 ਪੇਟੀਆਂ ਇਹਨਾਂ ਵੱਲੋਂ ਆ ਗਈਆਂ। ਇੱਕ ਸਾਡੇ ਸਿਮਰਨਜੀਤ ਬਾਈ ਜੀ ਨੇ 38 ਸੈਕਟਰ ਤੋਂ, ਉਹ ਹਰੇਕ ਅੰਦੋਲਨ ਦੇ ਕਿਸੇ ਵੀ ਕਾਰਜਕ੍ਰਮ ਦੇ ਵਿੱਚ ਪਾਣੀ ਲੈ ਕੇ ਪਹੁੰਚਦੇ ਆ ਸਾਡੇ ਕੋਲ, ਉਹਨਾਂ ਵੱਲੋਂ 100-150 ਪੇਟੀ ਉਹਨਾਂ ਵੱਲੋਂ ਆਈ ਹੈ। ਸੋ ਇਦਾਂ ਵੱਖੋ-ਵੱਖ ਸਾਡੇ ਜਿੰਨੇ ਵੀ ਭਰਾ ਨੇ, ਇਹਨਾਂ ਨੇ ਵੀ ਆਪਣੇ ਵੱਲੋਂ ਵੀ ਕਲੈਕਸ਼ਨ ਕਰਕੇ ਤੇ ਜਿੰਨੀ ਵੀ ਸੇਵਾ ਸੰਗਤ ਵੱਲੋਂ ਪਹੁੰਚੀ ਹੈ, ਤੇ ਅਸੀਂ ਹੁਣ ਇਹ ਬਣਾ ਰਹੇ ਹਾਂ ਕਿ ਹਫ਼ਤੇਵਾਰ ਸਾਡੀ ਟਰਾਲੀ ਜਿਹੜੀ ਹੈ ਜਾਂਦੀ ਰਿਹਾ ਕਰੂਗੀ। ਤੇ ਕਿਉਂਕਿ ਹੁਣ ਪਾਣੀ ਦੀ ਲੋੜ ਹੈ, ਗਰਮੀ ਦਾ ਮੌਸਮ ਹੈ, ਉੱਥੇ ਲੋਕਡਾਊਨ ਹੋਣ ਕਰਕੇ ਦੁਕਾਨਾਂ ਵੀ ਬੰਦ ਨੇ, ਸਟੋਰ ਬੰਦ ਨੇ, ਮੈਨੂਫੈਕਚਰਿੰਗ ਬੰਦ ਹੈ। ਸੋ ਟੈਂਕਰ ਦੇ ਵੀ ਅਸੀਂ ਕੋਸ਼ਿਸ਼ ਕੀਤੀ ਸੀ ਲਿਜਾਣ ਦੀ, ਵੀ ਟੈਂਕਰ ਦੇ ਵਿੱਚ ਪਾਣੀ ਪ੍ਰੋਪਰ ਪਹੁੰਚ ਨਹੀਂ ਪਾਉਂਦਾ ਸਿਰੇ ਤੱਕ, ਉਹ ਛਿਲਕ ਕੇ ਕਿਤੇ ਨਾ ਕਿਤੇ ਅੱਧਾ ਡੁੱਲ ਜਾਂਦਾ ਹੈ, ਗਰਮ ਹੋ ਜਾਂਦਾ ਪਾਣੀ ਉਹਦੇ ਵਿੱਚ ਪਿਆ, ਉਹਨੂੰ ਕਿਤੇ ਇੱਕਦਮ ਸਟੋਰ ਵੀ ਨਹੀਂ ਕਰ ਸਕਦੇ। ਸੋ ਇਸ ਕਰਕੇ ਅਸੀਂ ਜਿਹੜਾ ਡਿਸਪੋਜ਼ੇਬਲ ਵਾਟਰ ਹੈ, ਇਹ ਅਸੀਂ ਬਾਰਡਰਾਂ ਤੇ ਪਹੁੰਚਾਉਣ ਦੇ ਲਈ ਸਾਰੀ ਸੰਗਤ ਨੂੰ ਅਪੀਲ ਕੀਤੀ ਸੀ। ਪਰ ਸੰਗਤ ਜਿਹੜੀ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਦੇ ਵਾਕ ਨੂੰ ਸੱਚ ਮੰਨਦੀ ਹੈ, ਤੇ ਉਹ ਸੰਗਤਾਂ ਦੀ ਸੇਵਾ ਕਰਨ ਦੇ ਲਈ ਹਰ ਵਕਤ ਤਿਆਰ ਰਹਿੰਦੇ ਆ ਲੋਕ। ਜਦੋਂ ਵੀ ਕਿਸਾਨ ਏਕਤਾ ਚੰਡੀਗੜ੍ਹ ਵੱਲੋਂ ਕੋਈ ਵੀ ਕਾਲ ਦਿੱਤੀ ਗਈ ਹੈ, ਲੋਕਾਂ ਨੇ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਿਆ। ਤੇ ਗੁਰੂ ਸਾਹਿਬ ਇਸੇ ਤਰ੍ਹਾਂ ਕਿਰਪਾ ਕਰਨ, ਕਿਉਂਕਿ ਅਸੀਂ ਸਾਰੇ ਇੱਕ ਸੋਸ਼ਲ ਕੋਜ਼ ਦੇ ਲਈ ਜੁੜੇ ਹੋਏ ਆ। ਇਹਦੇ 'ਚ ਕਿਸੇ ਦਾ ਕੋਈ ਪਰਸਨਲ ਮਨੋਰਥ ਨਹੀਂ, ਕੋਈ ਨਿੱਜ ਸਵਾਰਥ ਨੂੰ ਛੱਡ ਕੇ ਜਿਹੜਾ ਕੋਈ ਆ ਕੇ ਸੇਵਾ ਕਰਨਾ ਚਾਹੁੰਦਾ ਉਹ ਕਰ ਸਕਦਾ ਹੈ, ਸਭ ਨੂੰ ਖੁੱਲ੍ਹਾ ਸੱਦਾ ਹੈ। ਅੱਜ ਜਿਹੜਾ ਉੱਥੇ ਹਿਸਾਰ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਕਹਿ ਸਕਦੇ ਹਾਂ ਹੋਈ ਹੈ ਕਿ ਖੱਟਰ ਸਾਹਿਬ ਨੇ ਜਾਣਬੁੱਝ ਕੇ ਜਾ ਕੇ ਉੱਥੇ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਦ ਇਹਨਾਂ ਨੂੰ ਪਤਾ ਹੈ ਤੁਹਾਡਾ ਥਾਂ ਤੇ ਵਿਰੋਧ ਹੋ ਰਿਹਾ। ਬਾਕੀ ਕੰਮ ਤੁਸੀਂ ਆਨਲਾਈਨ ਕਰੀ ਜਾ ਰਹੇ ਹੋ, ਕਾਨਫਰੰਸਾਂ ਤੁਹਾਡੀਆਂ ਆਨਲਾਈਨ ਹੋ ਰਹੀਆਂ ਨੇ, ਉਦਘਾਟਨ ਨਹੀਂ ਤੁਸੀਂ ਆਨਲਾਈਨ ਕਰ ਸਕਦੇ ਸੀ। ਉੱਥੇ ਜਾ ਕੇ ਤੁਸੀਂ ਕਿੰਨੇ ਕਿਸਾਨ ਭਰਾਵਾਂ ਦੇ ਉੱਪਰ ਲਾਠੀ ਚਾਰਜ ਕਰਾਇਆ, ਧੱਕਾ ਕਰਾਇਆ, ਤਾਂ ਗੁੰਡਾਗਰਦੀ ਹੈ ਸ਼ਰੇਆਮ ਸਰਕਾਰ ਦੀ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਲੋਕ ਜਾਗ ਚੁੱਕੇ ਨੇ, ਲੋਕ ਹੁਣ ਸੜਕਾਂ ਦੇ ਨੇ, ਜੋ ਮਰਜ਼ੀ ਤੁਸੀਂ ਕਰ ਲਓ, ਹੁਣ ਲੋਕ ਤੁਹਾਨੂੰ ਬਿਲਕੁਲ ਨਕਾਰ ਚੁੱਕੇ ਆ। ਤੇ ਹੁਣ ਲੋਕਾਂ ਵਿੱਚ ਜੇ ਜਾਣਾ ਤੇ ਸੋਚ ਸਮਝ ਕੇ ਜਾਇਓ। ਸਾਰੇ ਲੀਡਰਾਂ ਨੂੰ ਕਹਾਂਗਾ, ਇਹ ਨਹੀਂ ਇਕੱਲੇ ਹਰਿਆਣੇ ਵਾਲਿਆਂ ਨੂੰ, ਪੰਜਾਬ ਵਾਲਿਆਂ ਨੂੰ ਵੀ, ਹੋਰ ਵੀ ਵੱਖ-ਵੱਖ ਸਟੇਟਾਂ ਦੇ ਸਾਰੇ ਲੀਡਰਾਂ ਨੂੰ ਕਹਾਂਗਾ ਜਿਨ੍ਹਾਂ ਦੇ ਖਿਲਾਫ ਲੋਕਾਂ ਦਾ ਰੋਹ ਹੈ, ਉਹ ਜਨਤਾ ਦੇ ਵਿੱਚ ਨਾ ਜਾਇਓ। ਬਾਅਦ ਦੇ ਵਿੱਚ ਜਨਤਾ ਕੀ ਕਰਦੀ ਹੈ ਤੁਹਾਨੂੰ ਫਿਰ ਭੁਗਤਣਾ ਪੈ ਸਕਦਾ ਹੈ। ਇਹਦੇ ਉੱਪਰ ਵੀ ਗੱਲਬਾਤ ਜ਼ਰੂਰ ਕਰਾਂਗੇ, ਜਿਸ ਤਰੀਕੇ ਨਾਲ ਹਾਲਾਤਾਂ ਦੇ ਉੱਪਰ ਵੀਰ ਜੀ ਗੱਲ ਕਰ ਰਹੇ ਨੇ। ਹਾਂਜੀ, ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਤੁਸੀਂ ਅਲੱਗ ਤੋਂ ਸੇਵਾ ਕੀਤੀ, ਤੁਹਾਡੇ ਫਾਦਰ ਸਾਹਿਬ ਨੇ ਅਲੱਗ ਤੋਂ ਸੇਵਾ ਕੀਤੀ, ਕਿਵੇਂ ਆਇਆ ਕਿ ਹਾਂ ਮੈਂ ਆਪਣੀ ਜਿਹੜੀ ਸੇਵਾ ਹੈ ਅਲੱਗ ਦੇਣੀ ਹੈ? ਨਹੀਂ ਜੀ, ਆਪਾਂ ਇਕੱਠੇ ਹੀ ਲੈ ਰਹੇ ਸੀ ਕਿ ਗੱਡੀ 'ਚ ਪੂਰਾ ਨਹੀਂ ਆਇਆ ਤਾਂ ਦੂਜੀ ਗੱਡੀ ਲਿਆਉਣੀ ਪਈ। ਵੈਸੇ ਤਾਂ ਇੱਕ ਸਾਂਝੀ ਅਸੀਂ ਸੇਵਾ ਕੀਤੀ ਆ, ਤੇ ਮੋਰਚਾ ਆਪਣਾ ਆਪ ਦਾ ਹੀ ਹੈ, ਤਾਂ ਇਹਦੇ ਸਾਡਾ ਫਰਜ਼ ਆ ਸੇਵਾ ਕਰਨਾ। ਤੇ ਆਪਾਂ ਜੋ ਸ਼ੁਰੂ ਹੋਇਆ ਉਦੋਂ ਦਾ ਕਰ ਰਹੇ ਹਾਂ, ਤੇ ਅੱਗੇ ਵੀ ਕਿਸੇ ਵੀ ਹੱਦ ਤੱਕ ਜਿੰਨੇ ਜੋਗੇ ਹੈਗੇ ਆ, ਜਿੰਨਾ ਵਾਹਿਗੁਰੂ ਕਰਵਾਓਗੇ ਉਹਨਾਂ ਕਰਾਂਗੇ ਜੀ। ਸੋ ਮੈਂ ਹਮੇਸ਼ਾ ਜਿਹੜੀ ਆ ਜਦੋਂ ਵੀ ਗੱਲ ਸੇਵਾ ਦੀ ਆਉਂਦੀ ਜਾਂ ਲੰਗਰ ਦੀ ਗੱਲ ਆਉਂਦੀ, ਤੇ ਇੱਕ ਚੀਜ਼ ਹਮੇਸ਼ਾ ਪੁੱਛਦੀ ਹੁੰਦੀ ਆ, ਫੰਡਿੰਗ ਦਾ ਰੌਲਾ, ਕਿਉਂਕਿ ਸਰਕਾਰਾਂ ਦੇ ਵੱਲੋਂ ਚੀਜ਼ ਪਾਈ ਗਈ ਸੀ। ਸੋ ਜਦੋਂ ਲੰਗਰ ਦੀ ਗੱਲ ਆਵੇ ਜਾਂ ਸੇਵਾ ਦੀ ਗੱਲ ਆਵੇ ਤਾਂ ਹਮੇਸ਼ਾ ਮੈਂ ਸਾਹਮਣੇ ਜ਼ਰੂਰ ਪੁੱਛਦੀ ਹਾਂ, ਹਾਂਜੀ ਕਿ ਫੰਡਿੰਗ ਕਹਿੰਦੇ ਨੇ ਬਾਰ-ਬਾਰ ਹੋ ਰਹੀ ਆ, ਤੇ ਉਹ ਚੀਜ਼ ਕਿਵੇਂ ਦੇਖਦੇ ਹੋ? ਫੰਡਿੰਗ ਜੀ ਆਪਣੇ ਬਾਬਾ ਨਾਨਕ ਦਾ 20 ਰੁਪਏ ਦਾ ਲੰਗਰ ਹੀ ਚਲਾਇਆ ਗਿਆ, ਅਜੇ ਤਾਈਂ ਉਹੀ ਨਹੀਂ ਮੁੱਕਿਆ। ਫੰਡਿੰਗ ਤਾਂ ਜੀ ਜਿੱਥੋਂ ਮਰਜ਼ੀ ਆਈ ਜਾਂਦੀ ਹੈ, ਸਾਡਾ ਤਾਂ ਔਖਾ ਸੌਖਾ ਸਰ ਜੂਗਾ, ਲੇਕਿਨ ਪਹਿਲਾਂ ਅਸੀਂ ਲੰਗਰ ਤੇ ਸੇਵਾ ਦਾ ਸੋਚਦੇ ਹਾਂ।
ਸੋ ਤੁਸੀਂ ਦੇਖ ਸਕਦੇ ਹੋ ਟਰਾਲੀ ਜਿਹੜੀ ਆ ਆਲਮੋਸਟ ਪੂਰੀ ਭਰੀ ਹੋਈ ਆ ਪਾਣੀ ਦੇ ਨਾਲ। ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਕਿ ਇਸ ਟਾਈਮ ਤੇ ਗਰਮੀ ਦੇ ਕਰਕੇ ਦਿੱਲੀ ਦੇ ਵਿੱਚ ਕਾਫੀ ਦਿੱਕਤ ਆ ਰਹੀ ਆ ਪਾਣੀ ਦੀ, ਲੋਕਡਾਊਨ ਕਰਫਿਊ ਦੇ ਕਰਕੇ ਆਲਮੋਸਟ ਹਰ ਇੱਕ ਚੀਜ਼ ਜਿਹੜੀ ਬੰਦ ਆ, ਪਰ ਫਿਰ ਵੀ ਜਿਹੜੀ ਆ ਇੱਥੋਂ ਲੋਕਾਂ ਦੇ ਵੱਲੋਂ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ। ਇੱਥੋਂ ਲੋਕਾਂ ਦੇ ਵੱਲੋਂ ਜਿੰਨਾ ਹੋ ਪਾ ਰਿਹਾ ਉਹਨੇ ਸੇਵਾ ਕਰਕੇ ਦਿੱਲੀ ਦੇ ਵਿੱਚ ਜਿਹੜੀਆਂ ਚੀਜ਼ਾਂ ਮੁਹੱਈਆ ਜ਼ਰੂਰ ਕਰਵਾਈਆਂ ਜਾ ਰਹੀਆਂ ਨੇ। ਹਰ ਇੱਕ ਚੌਂਕ ਦੇ ਉੱਪਰ ਜਿਹੜੇ ਲੋਕ ਖੜਦੇ ਨੇ, ਹਰ ਇੱਕ ਜਗ੍ਹਾ ਤੇ ਜਿਹੜੀ ਆ ਟਰਾਲੀ ਅੱਜ ਘੁੰਮ ਰਹੀ ਹੈ। ਜਿੰਨਾ ਕੋਈ ਕਰ ਪਾ ਰਿਹਾ ਉਹਨੇ ਆਪਣੀ ਸੇਵਾ ਜਿਹੜੀ ਸ਼ਮੂਲੀਅਤ ਜਿਹੜੀ ਆ ਇਸ ਚੀਜ਼ ਦੇ ਵਿੱਚ ਜ਼ਰੂਰ ਕੀਤੀ ਜਾ ਰਹੀ ਆ। ਸੋ ਇਸ ਟਾਈਮ ਤੇ ਕਿਵੇਂ ਦੇਖ ਰਹੇ ਹੋ ਇਸ ਸਾਰੀ ਚੀਜ਼ ਨੂੰ, ਕਿਉਂਕਿ ਇੱਥੋਂ ਜਿਹੜੀ ਲੋਕਾਂ ਦੀ ਪੂਰੀ ਸਪੋਰਟ ਆ, ਜੋ ਦਿੱਲੀ 'ਚ ਲੋਕ ਬੈਠੇ ਹੋਏ ਨੇ ਉਹਨਾਂ ਦੇ ਲਈ ਪੂਰਾ ਖੜੇ ਨੇ ਨਾਲ, ਇਸ ਅੰਦੋਲਨ ਨੂੰ ਹੋਰ ਤਿੱਖਾ ਕਰ ਰਹੇ ਨੇ। ਇਸੇ ਕਰਕੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰ ਰਹੇ ਹਾਂ ਜੀ। ਦੇਖੋ ਉੱਥੇ ਲੋਕਡਾਊਨ ਆ, ਸਾਨੂੰ ਵੀ ਪਤਾ ਉੱਥੇ ਸਟੋਰ ਬੰਦ ਆ, ਮੈਨੂਫੈਕਚਰਿੰਗ ਹੋ ਨਹੀਂ ਰਹੀ, ਪਾਣੀ ਤਿਆਰ ਨਹੀਂ ਹੋ ਰਿਹਾ। ਇਸੇ ਕਰਕੇ ਅਸੀਂ ਜੇ ਕੱਲ 2 ਦਿਨ ਪਹਿਲਾਂ ਆਪਣੀ ਇੰਟਰਵਿਊ ਮੈਂ ਤੁਹਾਨੂੰ ਉਦੋਂ ਵੀ ਕਹੀ ਇਹ ਗੱਲ ਵੀ ਜਿਹੜੀ ਚੀਜ਼ ਦੀ ਉੱਥੇ ਲੋੜ ਹੋਈ ਅਸੀਂ ਭੇਜਾਂਗੇ। ਵੀਰ ਹੋਣੀ ਸਾਡੇ ਕੋਲ ਆਏ ਆ, ਵੀਰ ਜੀ ਹੋਣੀ ਆਣ ਕੇ ਕੱਲ੍ਹ ਆਂਦੇ ਪਾਣੀ ਲੈ ਕੇ ਜਾਣਾ ਸੀ, ਪਾਣੀ ਦੀ ਸੇਵਾ ਵੀ ਗੱਡੀ ਸਾਡੀ ਟਰਾਲੀ ਜਾ ਰਹੀ ਆ, ਵੀ ਜੇ ਤੁਸੀਂ ਕੁਝ ਭੇਜਣਾ, ਜੇ ਪਾਣੀ ਭੇਜਣਾ ਤਾਂ ਭੇਜੋ। ਤੇ ਗੁਰੂ ਸਾਹਿਬ ਦੀ ਕਿਰਪਾ ਹੀ ਦੇਖੋ 24 ਘੰਟੇ ਨਹੀਂ ਹੋ ਜੇ ਚੱਲ। ਅਸੀਂ 5:30 ਵਜੇ ਬੇਨਤੀ ਕੀਤੀ ਆ ਤਾਂ ਅਜੇ ਟਾਈਮ ਦੇਖ ਲਓ 4:30 ਹੋਏ ਆ, ਤਕਰੀਬਨ 4:45। 23 ਘੰਟੇ ਦੇ ਅੰਦਰ ਪਾਣੀ ਦੀ ਟਰਾਲੀ ਭਰ ਗਈ ਆ। ਬੜੀ ਗੁਰੂ ਸਾਹਿਬ ਦੀ ਕਿਰਪਾ ਜੀ। ਇਹ ਫੰਡਿੰਗ ਦਾ ਤੇ ਐਵੇਂ ਰੌਲਾ ਪਾਉਂਦੇ ਆ ਜੀ, ਇਦਾਂ ਹੀ ਆ, ਕੋਈ 10 ਟਿਕਟੀਆਂ ਦੇ ਗਿਆ, ਕੋਈ 20 ਦੇ ਗਿਆ, ਕੋਈ ਸਾਡਾ ਕਿਸੇ ਨੇ ਗਾਂ ਦੀ ਗਾਂ। ਮੈਂ ਮੈਸੇਜ ਵੈਸੇ ਪਹੁੰਚਿਆ ਮੇਰੇ ਕੋਲ, ਵੀਰ ਇੱਥੇ ਹਰਿੰਦਰ ਖਾਲਸਾ ਬੈਂਤਪੁਰ ਪਿੰਡ ਦੇ ਸਰਪੰਚ ਆ, ਉਹਨੂੰ ਪਤਾ ਲੱਗਾ 40 ਬੇਟੀਆਂ ਉਹ ਲੱਦ ਕੇ ਦੇ ਗਿਆ। ਉਹਨਾਂ ਕੋਈ ਗੱਲ ਵੀ ਨਹੀਂ, ਉਹ ਲੈ ਕੇ ਇੱਥੇ ਆਣ ਕੇ ਮੈਨੂੰ ਫੋਨ ਕੀਤਾ ਹੁੰਦਾ ਕਿਤੇ ਮੈਂ ਮਟਕਾ ਚੌਂਕ ਤੇ ਬੈਠੇ ਆ, ਤਾਂ ਉਦੋਂ ਦੇ ਗਿਆ। ਇਦਾਂ ਹੀ ਇਹ ਫੰਡਿੰਗ ਕੋਈ ਨਹੀਂ, ਗੁਰੂ ਸਾਹਿਬ ਦੀ ਕਿਰਪਾ ਆਪੇ ਆਈ ਜਾਂਦਾ ਜੀ। ਜਲ ਤਾਂ ਸਾਡੇ ਦੇਖੋ ਇਹ ਮਹੀਨੇ ਦੇ ਵਿੱਚ ਅਸੀਂ ਅੱਗੇ ਛਬੀਲਾਂ ਲਾਉਣੇ ਆ, ਐਰਕੀ ਤਾਂ ਚਲੋ ਸਾਡੇ ਤੇ ਛਬੀਲਾਂ ਨਹੀਂ ਲੱਗ ਰਹੀਆਂ। ਜਿਉਂ ਪਾਣੀ ਦੀ ਗੱਲ ਕਰੀਦੀ ਆ, ਹਰ ਬੰਦਾ ਘਰੋਂ ਲੈ ਕੇ ਆਉਂਦਾ, ਇਸੇ ਕਰਕੇ ਵੀ ਛਬੀਲ ਅਸੀਂ 5ਵੀਂ ਪਾਤਸ਼ਾਹੀ ਦਾ ਸ਼ਹੀਦੀ ਗੁਰਪੁਰਬ ਆਉਣ ਵਾਲਾ, ਉਦੋਂ ਛਬੀਲਾਂ ਲਾਉਣੇ ਆ। ਇਹ ਕਰਕੇ ਉਹ ਚੀਜ਼ ਨੂੰ ਅਸੀਂ ਤੇ ਪਾਣੀ ਗਰਮੀਆਂ ਦੇ ਵਿੱਚ ਪਿਉਣਾ ਸਿੱਖ ਕੌਮ ਦਾ ਇੱਕ ਵੈਸੇ ਹੀ ਫਰਜ਼ ਆ, ਕਿਉਂ ਅਸੀਂ ਛਬੀਲਾਂ ਲਾਉਂਦੇ ਆ, ਸ਼ੁਰੂ ਤੋਂ ਲਾਉਂਦੇ ਰਹਿਣਾ। ਉਹਦੇ ਨਾਲ ਗੱਲਬਾਤ ਕਰ ਲੈਂਦੇ ਆ। ਹਾਂਜੀ, ਕਿਵੇਂ ਤੁਸੀਂ ਸੋਚਿਆ ਕਿ ਨਹੀਂ ਮੈਂ ਟਰਾਲੀ ਪਾਣੀ ਦੀ ਜ਼ਰੂਰ ਲੈ ਕੇ ਜਾਣਾ, ਕਿਉਂਕਿ ਮੈਂ ਤੁਹਾਨੂੰ 2 ਦਿਨ ਪਹਿਲਾਂ ਵੀ ਮਿਲੀ ਸੀ, ਤੁਸੀਂ ਉਸ ਦਿਨ ਵੀ ਚੀਜ਼ ਕਹਿ ਰਹੇ ਸੀ ਕਿ ਮੈਂ ਟਰਾਲੀ ਲੈ ਕੇ ਜਾਣੀ ਹੈ। ਤੁਸੀਂ ਦੇਖਿਓ ਪਾਣੀ ਦੀ ਪੂਰੀ ਭਰੀ ਹੋਈ ਤੁਹਾਨੂੰ ਮਿਲੇਗੀ ਤੇ ਉਹੀ ਚੀਜ਼ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ। ਕਿਵੇਂ ਤੁਸੀਂ ਸੋਚਿਆ ਪਹਿਲਾਂ ਜੀ? ਸੋਚਣਾ ਸੀਗਾ ਮੈਡਮ ਜੀ, ਤੁਸੀਂ ਉੱਥੇ ਜਾ ਕੇ ਦੇਖੋ ਬਾਰਡਰ ਤੇ ਜੀ, ਜਿਹੜੀਆਂ ਲੋਕਲ ਪਾਣੀ ਦੀਆਂ ਫੈਕਟਰੀਆਂ ਆ ਉਹ ਗੌਰਮੈਂਟ ਨੇ ਬੰਦ ਕਰਾਤੀਆਂ, ਜਿਹਦੇ ਪਾਣੀ ਦੀ ਦਿੱਕਤ ਬਹੁਤ ਆ ਰਹੀ ਹੈ। ਸਾਨੂੰ ਲੋਕ ਕਹਿੰਦੇ ਵੀ ਉੱਥੋਂ ਪਾਣੀ ਭਰ ਲਓ, ਬੰਦ ਹੈ ਜੀ ਫੈਕਟਰੀਆਂ। ਕਰਨਾਲ ਤੋਂ ਸਾਨੂੰ ਪਾਣੀ ਚੱਕਣਾ ਪੈਂਦਾ। ਫਿਰ ਅਸੀਂ ਸੋਚਿਆ ਵੀ ਉਰੀ ਤੋਂ ਚੱਕਦੇ ਆ, ਜਿਹੜੇ ਬੰਦੇ ਨੇ ਚਕਾਉਣਾ ਪਾਣੀ ਉਰੀ ਤੋਂ ਚਕਾਵਾਂਗੇ, ਚੰਡੀਗੜ੍ਹ ਤੋਂ। ਬਾਈਆਂ ਨੂੰ ਬੇਨਤੀ ਕੀਤੀ, ਕਹਿੰਦੇ ਕੋਈ ਗੱਲ ਨਹੀਂ, ਤਾਂ ਕਹਿੰਦਾ ਕੋਈ ਬੜੀ ਗੱਲ ਨਹੀਂ ਹੈਗੀ, 2 ਦਿਨ 'ਚ ਟਰਾਲੀ ਭਰ ਜੂਗੀ। ਸਾਹਮਣੇ ਦੇਖ ਲਓ ਜੀ, 1,90,000 ਦਾ ਪਾਣੀ ਭਰ ਗਿਆ ਜੀ 2 ਦਿਨ ਦੇ ਵਿੱਚ। ਸੋ ਅੱਜ ਲੈ ਕੇ ਜਾ ਰਹੇ ਹੋ ਟਰਾਲੀ? ਨਹੀਂ, ਕੱਲ ਸਵੇਰੇ। ਕੱਲ ਸਵੇਰੇ ਲੈ ਕੇ ਜਾਓਗੇ ਤੇ ਫਿਰ ਉੱਥੇ ਪਾਣੀ ਛੱਡਣ ਤੋਂ ਬਾਅਦ ਵਾਪਸ ਆਓਗੇ ਕਿ ਉੱਥੇ ਰਹੋਗੇ? ਨਾ ਜੀ ਨਾ, ਪਾਣੀ ਛੱਡ ਕੇ ਜੀ ਆਪਾਂ ਫੇਰ ਆ ਜਾਣਾ ਚੰਡੀਗੜ੍ਹ। ਆਉਂਦੇ ਸਾਰੇ ਆਪਾਂ 2 ਦਿਨ 'ਚ ਫੇਰ ਟਰਾਲੀ ਫੁੱਲ ਕਰਕੇ ਫੇਰ ਲੈ ਜਾਾਂਗੇ ਜੀ। ਕਿ ਇਹ ਸੇਵਾ ਹੁਣ ਜਿਹੜੀ ਕੰਟੀਨਿਊ ਤੁਸੀਂ ਕਰੋਗੇ ਪਾਣੀ ਦੀ? ਕੋਈ ਅਸੀਂ 2 ਮਹੀਨੇ ਹੁਣ ਵਿਹਲੇ ਹਾਂ ਜੀ, ਕਣਕ ਦਾ ਸੀਜ਼ਨ ਲਾ ਲਿਆ, ਤੂੜੀ ਦਾ ਸੀਜ਼ਨ ਲਾ ਲਿਆ ਜੀ, 2 ਮਹੀਨੇ ਪੂਰੇ ਵਿਹਲੇ ਆ ਜੀ, ਜਦ ਤੱਕ ਜੀਰੀਆਂ ਨਹੀਂ ਲੱਗਦੀਆਂ ਜੀ। ਹਾਂ, 2 ਮਹੀਨੇ ਟਰੈਕਟਰ ਚੰਡੀਗੜ੍ਹ ਰਹੂਗਾ, ਚੰਡੀਗੜ੍ਹ ਟੂ ਸਿੰਘੂ, ਚੰਡੀਗੜ੍ਹ ਸਿੰਘੂ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪਾਣੀ ਦੀ ਟਰਾਲੀ ਜਿਹੜੀ ਇਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ 2-2 ਦਿਨਾਂ ਦੇ ਬਾਅਦ ਜਿਹੜੀ ਆ ਦੁਬਾਰਾ ਲੈ ਕੇ ਜਾਈ ਜਾਏਗੀ, ਦੁਬਾਰਾ ਜਿਹੜੀ ਪਾਣੀ ਦੀ ਭਰ ਕੇ ਪਾਣੀ ਜਿਹੜਾ ਆ ਉੱਥੇ ਜ਼ਰੂਰ ਪਹੁੰਚਾਇਆ ਜਾਏਗਾ। ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇਸ ਟਾਈਮ ਤੇ, ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ, ਕਿਉਂਕਿ ਜੋ ਪੰਜਾਬ ਦੇ ਹਾਲਾਤ ਨੇ ਇਸ ਟਾਈਮ? ਪੰਜਾਬ ਪੁਲਿਸ ਤੇ ਹਰ ਵਕਤ ਕੋਈ ਨਾ ਕੋਈ ਸਿਆਲੀਆ ਚਿੰਨ੍ਹ ਜਿਹੜਾ ਚੱਲਦਾ ਹੀ ਰਿਹਾ। ਵਿਵਾਦਾਂ ਨਾਲ ਇਹਨਾਂ ਦਾ ਪੁਰਾਣਾ ਵਾਸਤਾ ਹੈ। ਸੋ ਉਹ ਸਾਰੇ ਪੁਲਿਸ ਵਾਲੇ ਵੀ ਮਾੜੇ ਨਹੀਂ। ਤੇ ਇੱਕ ਹੁਣ ਅੱਜ ਕੱਲ ਪਿੱਛੇ ਜੇ ਇੱਕ ਪੁਲਿਸ ਵਾਲੇ ਨੇ ਟੋਕਰੇ ਤੇ ਲੱਤ ਮਾਰ ਕੇ ਟੋਕਰਾ ਗਿਰਤਿਆ। ਲੋਕਾਂ ਨੇ ਇੱਕ ਕਮੈਂਟ ਬੜਾ ਵਾਇਰਲ ਕੀਤਾ, ਕਹਿੰਦਾ ਪਿਛਲੇ ਲੋਕਡਾਊਨ ਦੇ ਵਿੱਚ ਗੁੱਟ ਮਸ਼ਹੂਰ ਹੋਇਆ ਸੀ, ਇਸ ਲੋਕਡਾਊਨ ਦੇ ਵਿੱਚ ਗਿੱਟਾ ਮਸ਼ਹੂਰ ਹੋ ਸਕਦਾ ਸੀ, ਇਹ ਸਬਜ਼ੀ ਵਾਲਾ ਨਿਹੰਗ ਸਿੰਘ ਹੁੰਦਾ। ਸੋ ਗੱਲ ਇਹ ਹੈ ਵੀ ਥੋੜਾ ਜਿਹਾ ਜ਼ਾਬਤੇ 'ਚ ਰਹਿਣਾ ਚਾਹੀਦਾ। ਡਿਊਟੀ ਹੈ ਤੁਹਾਡੀ, ਡਿਊਟੀ ਨਿਭਾਓ। ਪੁਲਿਸ ਵਾਲਿਆਂ ਨੂੰ ਤਨਖਾਹ ਮਿਲਦੀ ਹੈ ਡਿਊਟੀ ਕਰਨ ਦੀ, ਉਹ ਸੇਵਾਦਾਰ ਨਹੀਂ ਹੈਗੇ, ਉਹ ਨੌਕਰ ਨੇ ਜਨਤਾ ਦੇ। ਉਹਨਾਂ ਨੂੰ ਉਹਦਾ ਪੈਸਾ ਮਿਲਦਾ, ਉਹਦੀ ਤਨਖਾਹ ਮਿਲਦੀ ਹੈ। ਉਹਨਾਂ ਨੂੰ ਆਪਣੀ ਡਿਊਟੀ ਜਿਹੜੀ ਹੈ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ, ਸੇਵਾਦਾਰਾਂ ਵਾਂਗੂ। ਪਰ ਉਹ ਕੀ ਕਰਦੇ, ਜਨਤਾ ਦੇ ਉੱਪਰ ਰੋਹਬ ਮਾਰਦੇ, ਜਨਤਾ ਨੂੰ ਤੰਗ ਕਰਦੇ ਆ। ਉਹ ਇੱਕ ਵਿਚਾਰਾ ਆਂਡੇ ਚੋਰੀ ਕਰਦਾ ਪਕੜਿਆ ਗਿਆ, ਦੱਸੋ ਉਹਦੀ ਘੱਟੋ ਘੱਟ ਉਹਦੀ 40-50 ਹਜ਼ਾਰ ਤਨਖਾਹ ਹੋਊਗੀ, ਮੈਨੂੰ ਲੱਗਦਾ ਉਹ ਤੋਂ ਵੱਧ ਵੀ ਹੋ ਸਕਦੀ ਹੈ। ਤੇ ਉਹਦੀ ਕਿਵੇਂ ਮਤਲਬ ਲੋਕਾਂ ਨੇ ਉਹਦਾ ਕਿੱਡਾ ਮਜ਼ਾਕ ਉਡਾਇਆ ਵੀ ਉਹ ਬੰਦਾ ਕਿੰਨੇ 50 ਰੁਪਏ ਦੇ ਆਂਡੇ ਚੱਕ ਕੇ ਜੇਬ 'ਚ ਪਾਲੇ ਹੋਣਗੇ ਉਹਨੇ। ਕਹਿੰਦੇ ਜੀ ਸਰਕਾਰ ਮਤਲਬ ਸਿਸਟਮ ਜਿਹੜਾ ਹੈ ਉਹਦੇ ਖਿਲਾਫ ਜੇ ਕੋਈ ਬੋਲਦਾ ਉਹਦੇ ਲਈ ਸਖਤੀ ਕਰੀ ਜਾਂਦੀ ਹੈ। ਹਿਸਾਰ ਦੀ ਮੈਂ ਗੱਲ ਕਰ ਰਿਹਾ ਸੀ, ਉੱਥੇ ਸਖਤੀ ਕਰਤੀ, ਲੋਕ ਸਿਸਟਮ ਦੇ ਖਿਲਾਫ ਹੋ ਰਹੇ। ਪਰ ਸਿਸਟਮ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਲਈ ਕੌਣ ਬੋਲੇਗਾ? ਸਿਸਟਮ 'ਚ ਜਿਹੜੇ ਲੋਕ ਬਹਿ ਕੇ ਗਲਤੀਆਂ ਕਰ ਰਹੇ ਨੇ, ਜਿਹੜਿਆਂ ਨੂੰ ਸਰਕਾਰ ਤਨਖਾਹਾਂ ਦੇ ਰਹੀ ਹੈ, ਉਹ ਆਪਣੀ ਡਿਊਟੀ ਤੋਂ ਭੱਜ ਰਹੇ ਨੇ, ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕਰ ਪਾ ਰਹੇ। ਲੋਕਾਂ ਦੇ ਵੀ ਮਜ਼ਾਕ ਦਾ ਬਹੁਤ ਸਾਰੇ ਤੁਹਾਨੂੰ ਪੁਲਿਸ ਵਾਲੇ ਨਸ਼ੇ ਕਰਕੇ ਸੜਕਾਂ ਤੇ ਰੁਲਦੇ ਪਏ ਮਿਲਣਗੇ। ਅਸੀਂ ਬੜਿਆਂ ਨੂੰ ਚੱਕ ਕੇ ਨਸ਼ਾ ਮੁਕਤੀ ਕੇਂਦਰਾਂ 'ਚ ਵੀ ਦਾਖਲ ਕਰਾ ਕੇ ਆਏ ਹਾਂ। ਬਾਅਦ 'ਚ ਚਾਹੇ ਜਿਵੇਂ ਮਰਜ਼ੀ ਉਹਨਾਂ ਦੀ ਗੱਲਬਾਤ ਹੋਈ ਹੋਵੇ, ਪਰ ਇੱਕ ਵਾਰੀ ਲੈ ਕੇ ਗਏ ਆ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਤੱਕ। ਸੋ ਸਵਾਲੀਆ ਚਿੰਨ੍ਹ ਇਹਨਾਂ ਲੋਕਾਂ ਦੇ ਉੱਪਰ ਉੱਠਦਾ ਹੈ, ਉਹ ਆਪਣੀ ਡਿਊਟੀ ਤੋਂ ਭੱਜ ਰਹੇ ਨੇ ਤੇ ਸਿਸਟਮ ਨੂੰ ਸੁਧਾਰਨ ਦੀ ਲੋੜ ਤਾਂ ਹੈ। ਸਾਡੀ ਵੀ ਇਹ ਜਿਹੜੀ ਲੜਾਈ ਆ ਇਕੱਲੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਹੈ।
ਜੇ ਕਿਸੇ ਨੂੰ ਇਹ ਭੁਲੇਖਾ ਹੋਵੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਅਸੀਂ ਲੜ ਰਹੇ ਹਾਂ, ਅਸੀਂ ਸਿਸਟਮ ਦੇ ਖਿਲਾਫ ਲੜ ਰਹੇ ਹਾਂ, ਜੋ ਗੰਦਾ ਸਿਸਟਮ ਆਉਣ ਵਾਲੇ ਟਾਈਮ 'ਚ। ਹੁਣ ਜਿਹੜੀ ਸਰਕਾਰ ਰੈਮਡੀਸਿਵਰ ਦਾ, ਆਕਸੀਜਨ ਦੇ ਸਿਲੰਡਰਾਂ ਦੀ ਬਲੈਕ ਨਹੀਂ ਰੋਕ ਸਕਦੀ, ਆਉਣ ਵਾਲੇ ਟਾਈਮ 'ਚ ਕ੍ਰਿਸ਼ੀ ਕਾਨੂੰਨ ਪਾਸ ਹੋਣ ਤੋਂ ਬਾਅਦ ਉਹ ਅਨਾਜ ਦੀ ਬਲੈਕ ਕਿਵੇਂ ਰੋਕ ਲੈਣਗੇ? ਸੋ ਇਦਾਂ ਦੇ ਜਿਹੜੇ ਸਵਾਲ ਹੈ ਕਰਨੇ ਪੈਣੇ ਆ ਤੇ ਪੁੱਛਣਾ ਪਏਗਾ ਇਹਨਾਂ ਨੂੰ। ਇਹ ਲੋਕ ਕਦੋਂ ਸੁਧਰਨਗੇ? ਹੁਣ ਤੁਸੀਂ ਦੇਖੋ ਕਿੰਨੇ ਲੋਕ ਪਕੜੇ ਗਏ ਨੇ ਬਲੈਕ ਕਰਦੇ। ਰੈਮਡੀਸਿਵਰ ਦੀਆਂ ਨਕਲੀ ਦਵਾਈਆਂ ਦੀ ਖੇਪ ਨਗਲ ਦੇ ਲੇੜੇ ਡੈਮ ਦੇ ਵਿੱਚੋਂ ਕਿੰਨੀ ਲੱਭੀ ਹੈ, ਕਿੱਥੇ ਲੋਕਾਂ ਨੇ ਇਦਾਂ ਸੁੱਟ ਕੇ ਖਹਿੜਾ ਛਡਾਇਆ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀ ਹਰ ਚੀਜ਼ ਦੀ ਕਾਪੀ ਹੋ ਜਾਂਦੀ, ਨਕਲ ਹੋ ਜਾਂਦੀ ਹੈ। ਉਸ ਤੋਂ ਇਲਾਵਾ ਕਾਲਾ ਬਾਜ਼ਾਰੀ ਜਿਹੜੀ ਹੈ, ਅਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਤੀਜਾ ਕਾਨੂੰਨ, ਅਸੀਂ 3 ਕਾਨੂੰਨਾਂ ਦੇ ਲਈ ਲੜ ਰਹੇ ਹਾਂ। ਅਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਇਹਨਾਂ ਨੇ 1955 ਵਾਲਾ ਐਕਟ ਬਦਲ ਕੇ ਸਟੋਰੇਜ ਦੀ ਖੁੱਲ੍ਹ ਦੇ ਦਿੱਤੀ ਕਿ ਕੋਈ ਵੀ ਬੰਦਾ ਅਨਲਿਮਿਟਿਡ ਸਟੋਰ ਕਰ ਸਕਦਾ ਹੈ। ਹੁਣ ਜਦ ਤੁਸੀਂ ਕਾਲਾ ਬਾਜ਼ਾਰੀ ਦੀ ਖੁੱਲ੍ਹ ਦੇ ਦਿੱਤੀ, ਉਹ ਬੰਦਾ ਆਪਣੀ ਮਰਜ਼ੀ ਨਾਲ ਫਿਰ ਸਾਰਾ ਇੱਕ ਵਾਰੀ ਖਰੀਦ ਕੇ ਆਪਣੀ ਮਰਜ਼ੀ ਦਾ ਰੇਟ ਕੱਢ ਕੇ ਵੇਚੇਗਾ। ਸੋ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹਾਂਗੇ, ਇਸ ਅੰਦੋਲਨ ਨੂੰ ਇਕੱਲਾ ਕਿਸਾਨੀ ਦਾ ਅੰਦੋਲਨ ਨਾ ਮੰਨਦੇ ਹੋਏ ਲੋਕ ਅੰਦੋਲਨ ਮੰਨ ਕੇ ਜਾਗ ਜੋ ਯਾਰ। ਹੁਣ ਵੇਲਾ ਤੁਹਾਡੇ ਕੋਲ ਜਾਗਣ ਦਾ, ਇਹ ਤੋਂ ਬਾਅਦ ਫਿਰ ਲੰਘਿਆ ਵੇਲਾ ਹੱਥ ਨਹੀਂ ਆਉਣਾ। ਫਿਰ ਮੁੜ ਕੇ ਜਿੰਨੀ ਮਰਜ਼ੀ ਲੱਤਾਂ ਪਿੱਟੀ ਜਾਓ, ਫਿਰ ਤੁਹਾਡੇ ਹੱਥ ਕੁਝ ਨਹੀਂ ਰਹਿਣਾ, ਪੱਲੇ ਕੁਝ ਨਹੀਂ ਰਹਿਣਾ। ਸੋ ਇਹ ਮੈਂ ਮੀਡੀਆ ਨੂੰ ਵੀ ਇਹ ਕਹਾਂਗਾ ਕਿ ਜਿਵੇਂ ਹੁਣ ਸਾਡਾ ਲੋਕਲ ਮੀਡੀਆ ਜਿੰਨੀ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਿਹਾ, ਨੈਸ਼ਨਲ ਮੀਡੀਆ ਨੂੰ ਵੀ ਉਨੇ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇੱਕ ਸੁਚੱਜੇ ਢੰਗ ਦੇ ਨਾਲ ਵਧੀਆ ਰਿਪੋਰਟਿੰਗ ਕਰਨੀ ਚਾਹੀਦੀ ਹੈ। ਪੱਖਪਾਤ ਵਾਲੀ ਰਿਪੋਰਟਿੰਗ ਨਾ ਕਰੇ, ਡਿਫੈਂਡ ਕਰਨ ਵਾਲੀ ਰਿਪੋਰਟਿੰਗ ਨਾ ਕਰੇ। ਨੈਸ਼ਨਲ ਮੀਡੀਆ ਨੂੰ ਮੇਰੀ ਅਪੀਲ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਉਹ ਲੋਕ ਜਿਹੜੀ ਪੱਖਪਾਤ ਵਾਲੀ ਜਿਹੜੀ ਰਿਪੋਰਟਿੰਗ ਕਰਦੇ ਆ ਉਹਨੂੰ ਛੱਡ ਦੇਣ। ਲੋਕਾਂ ਦਾ ਵਿਸ਼ਵਾਸ ਉਹਨਾਂ ਦਾ ਉੱਠ ਚੁੱਕਿਆ, ਉਹਨਾਂ ਦੀ TRP ਗਿਰ ਚੁੱਕੀ ਆ ਹੁਣ, ਤੇ ਉਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਮੀਡੀਆ ਦਾ ਜਿਹੜਾ ਕੰਮ ਹੁੰਦਾ ਇੱਕ ਚੌਥਾ ਥੰਮ ਹੁੰਦਾ। ਮੀਡੀਆ ਸੱਚ ਦਿਖਾਉਣ ਦੇ ਲਈ ਹੁੰਦਾ, ਦੋਨਾਂ ਪੱਖਾਂ ਨੂੰ ਸਾਹਮਣੇ ਲੈ ਕੇ ਆਉਣ ਵਾਲਾ ਹੁੰਦਾ, ਨਾ ਕਿ ਪੱਖਪਾਤ ਕਰਨ ਵਾਲਾ। ਜਦੋਂ ਕੋਈ ਗਲਤ ਗੱਲ ਅੰਦੋਲਨ ਦੇ ਵਿੱਚ ਜਾਂ ਅੰਦੋਲਨਕਾਰੀਆਂ ਦੇ ਵੱਲੋਂ ਕੋਈ ਹੋ ਜਾਂਦੀ ਹੈ, ਉਹਨੂੰ ਨੈਸ਼ਨਲ ਮੀਡੀਆ ਬੜੀ ਜਲਦੀ ਚੱਕਦਾ। ਕੋਈ ਗਲਤੀ, ਕਿਉਂਕਿ ਲੋਕ ਗਲਤੀਆਂ ਦੇ ਪੁਤਲੇ ਨੇ, ਕਿਸੇ ਤੋਂ ਗਲਤੀ ਹੋ ਸਕਦੀ ਹੈ, ਉਹਨੂੰ ਨੈਸ਼ਨਲ ਮੀਡੀਆ ਬੜੀ ਜਲਦੀ ਚੱਕਦਾ ਹੈ। ਪਰ ਜਦੋਂ ਸਿਸਟਮ ਵੱਲੋਂ, ਸਰਕਾਰਾਂ ਵੱਲੋਂ ਗਲਤੀਆਂ ਹੁੰਦੀਆਂ ਨੇ, ਉਹਨਾਂ ਦੇ ਵੱਲੋਂ ਅੱਖਾਂ ਮੀਚ ਕੇ ਬਹਿ ਜਾਂਦੇ ਆ। ਉੱਥੇ ਹੀ ਕਿਹਾ ਜਾ ਰਿਹਾ ਇੰਨਾ ਕਰੋਨਾ ਫੈਲ ਰਿਹਾ ਦੇਸ਼ ਦੇ ਵਿੱਚ, ਪਰ ਸਾਡੇ PM ਸਾਹਿਬ ਆਪਣਾ ਘਰ ਬਣਾ ਰਹੇ ਨੇ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਜਿਹੜਾ ਮਹਿਲ ਹੈ ਇਹਨੂੰ ਸਪੈਸ਼ਲ ਮਨਜ਼ੂਰੀਆਂ ਮਿਲ ਚੁੱਕੀਆਂ ਨੇ। ਕਰੋਨਾ ਕਾਲ ਦੇ ਵਿੱਚ ਵੀ ਇਹਨੂੰ ਸਪੈਸ਼ਲ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਵੀ ਇਹਦਾ ਕੰਮ ਬੰਦ ਨਹੀਂ ਹੋ ਸਕਦਾ। ਤੁਸੀਂ ਹਸਪਤਾਲ ਬੰਦ ਕਰ ਦਿਓ, ਤੁਸੀਂ ਸਕੂਲ ਬੰਦ ਕਰ ਦਿਓ, ਕਾਲਜ ਬੰਦ ਕਰ ਦਿਓ, ਪਰ PM ਹਾਊਸ ਜਿਹੜਾ ਬਣ ਰਿਹਾ ਉਹ ਬੰਦ ਨਹੀਂ ਹੋ ਸਕਦਾ। ਜਿਹੜਾ ਦਫ਼ਤਰ, ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਵਿਧਾਨ ਸਭਾ ਦਾ ਨਵਾਂ ਸਟਰਕਚਰ ਜਿਹੜਾ ਤਿਆਰ ਹੋ ਰਿਹਾ ਹੈ, ਉਹ ਬੰਦ ਨਹੀਂ ਹੋ ਸਕਦਾ। ਉਹ ਸਿਸਟਮ ਬਣਦਾ ਰਹਿਣਾ, ਉਹ ਚੱਲਦਾ ਰਹਿਣਾ। ਉਹਨੂੰ ਸਪੈਸ਼ਲ ਕੈਟਾਗਰੀ 'ਚ ਰੱਖ ਦਿੱਤਾ। ਕੋਈ ਮਜ਼ਦੂਰ ਉੱਥੇ ਜਾਵੇ ਉਹਨੂੰ ਰੋਕਿਆ ਨਾ ਜਾਵੇ, ਕੋਈ ਕੰਮ ਉੱਥੇ ਚੱਲਦਾ, ਕੋਈ ਸਿਸਟਮ ਉੱਥੇ ਬਣ ਰਿਹਾ ਹੈ। ਸੋ ਇਹ ਚੀਜ਼ਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਲਗਜ਼ਰੀ ਲਾਈਫ ਜੀਣ ਦਾ ਇੱਕ ਸੁਪਨਾ ਹੈ ਆਉਣ ਵਾਲੇ ਟਾਈਮ ਦੇ ਵਿੱਚ। ਉਹੀ ਕਿਹਾ ਸੀ ਵੀ ਅਸੀਂ ਲੋਕ, ਪਤਾ ਗਿਆ, ਅਸੀਂ ਲੋਕ ਨਾ ਭਾਵੁਕ ਹੋ ਜਾਂਦੇ ਹਾਂ ਜੀ। ਸਾਨੂੰ ਕੋਈ ਵੀ ਆ ਕੇ ਚਾਰ ਮਿੱਠੀਆਂ ਗੱਲਾਂ ਕਰੇ, ਅਸੀਂ ਉਹਦੇ ਮਗਰ ਤੁਰ ਜਾਂਦੇ ਹਾਂ। ਹੁਣ ਕਿਹਾ ਸੀ ਵੀ ਮੈਂ ਤਾਂ ਫਕੀਰ ਹਾਂ, जब भी ज़रूरत पड़ेगी, जब भी मेरे देश को मेरी ज़रूरत ना होगी, मैं झोला उठा के तुर लूँगा। फिर ਝੋਲਾ ਚੱਕ ਕੇ ਤੂੰ ਜਹਾਜ਼ ਦੇ ਵਿੱਚ ਥੋੜੀ ਬੈਠਣਾ ਸੀ 7600 ਕਰੋੜ ਦੇ ਵਿੱਚ। 93,000 ਕਰੋੜ ਰੁਪਇਆ ਤੁਸੀਂ ਵੱਖ-ਵੱਖ ਦੇਸ਼ਾਂ ਨੂੰ ਵੰਡ ਕੇ ਵਾਹ ਖੱਟ ਲਈ, ਤੇ ਹੁਣ ਆਕਸੀਜਨ ਪਲਾਂਟ ਲਾਉਣ ਦੇ ਲਈ ਤੁਹਾਡੇ ਕੋਲ ਬਜਟ ਨਹੀਂ। 8600 ਕਰੋੜ ਰੁਪਇਆ ਤੁਸੀਂ ਜਾਪਾਨ ਕੋਲੋਂ ਬੁਲਟ ਟ੍ਰੇਨ ਚਲਾਉਣ ਦੇ ਲਈ ਲੈ ਰਹੇ ਹੋ, ਤੇ 3-3 ਘੰਟੇ ਤੁਸੀਂ ਪੂਜਾ ਪਾਠ ਕੀਰਤਨ ਕਰਨ ਦੇ ਵਿੱਚ ਬਤੀਤ ਕਰ ਦਿੰਦੇ ਹੋ। ਉਹ ਵੀ ਚੀਜ਼ਾਂ ਦੇ ਉੱਪਰ ਸਾਨੂੰ ਸੋਚਣ ਦੀ ਲੋੜ ਹੈ। ਸਮੇਂ ਅਨੁਸਾਰ ਬੜੀਆਂ ਚੀਜ਼ਾਂ ਠੀਕ ਲੱਗਦੀਆਂ ਨੇ, ਪਰ ਜਿਹੜੀਆਂ ਚੀਜ਼ਾਂ ਦੇ ਵੇਸਟ ਆਫ ਮਨੀ ਹੈ, ਉਹ ਚੀਜ਼ਾਂ ਨੂੰ ਆਪਾਂ ਕਿਉਂ ਨਹੀਂ ਸਮਝਦੇ? ਅਸੀਂ ਨਾਲ ਵਾਲੇ ਦੇਸ਼ਾਂ ਨੂੰ, ਭੂਟਾਨ ਨੂੰ, ਨੇਪਾਲ ਨੂੰ, ਬੰਗਲਾਦੇਸ਼ ਨੂੰ ਅਸੀਂ ਗ੍ਰਾਂਟਾਂ ਦਿੱਤੀਆਂ, ਅਸੀਂ ਬੜਾ ਕੁਝ ਵੰਡਿਆ। 9300 ਮੀਟ੍ਰਿਕ ਟਨ ਆਕਸੀਜਨ ਪਿਛਲੇ ਸਾਲ ਦਸੰਬਰ-ਨਵੰਬਰ ਦੇ ਵਿੱਚ ਬਾਹਰਲੇ ਦੇਸ਼ਾਂ ਨੂੰ ਭੇਜੀ ਗਈ। ਵਾਹ ਖੱਟੀ ਗਈ ਪੂਰੇ ਦੇਸ਼ਾਂ ਦੇ ਵਿੱਚ ਕਿ ਆਕਸੀਜਨ ਇੰਡੀਆ ਨੇ ਭੇਜੀ ਆ ਸਾਰੇ ਦੇਸ਼ਾਂ ਨੂੰ। ਪਰ ਹੁਣ ਆਪਣੇ ਦੇਸ਼ ਦੇ ਵਿੱਚ ਅੱਜ ਕਾਲ ਪਿਆ ਹੋਇਆ, ਲੋਕ ਬਲੈਕ ਕਰ ਰਹੇ ਨੇ। ਰੈਮਡੀਸਿਵਰ 700 ਦਾ ਇੰਜੈਕਸ਼ਨ 70,000 ਦਾ ਵਿਕ ਰਿਹਾ ਹੈ ਮਾਰਕੀਟ ਦੇ ਵਿੱਚ। ਤੁਸੀਂ ਇਹਦਾ ਸਟਿੰਗ ਕਰ ਸਕਦੇ ਹੋ, ਪਤਾ ਲੱਗ ਜਾਏਗਾ ਤੁਹਾਨੂੰ ਮਾਰਕੀਟ ਦੇ ਵਿੱਚ। ਤੁਸੀਂ ਸਿੱਧਾ ਜਾਓ, ਕੈਮਿਸਟ ਵਾਲਾ ਤੁਹਾਨੂੰ ਮਨਾ ਕਰ ਦੇਗਾ। ਬਾਹਰ ਕੋਈ ਨਾ ਕੋਈ ਕਰਿੰਦਾ ਘੁੰਮਦਾ ਮਿਲੇਗਾ, ਉਹ ਪੁੱਛੇਗਾ ਤੁਹਾਨੂੰ ਕਾਹਦੇ ਲਈ ਆਏ ਹੋ, ਤੁਸੀਂ ਦੱਸੋਗੇ ਤੇ ਉਹ ਤੁਹਾਨੂੰ ਬੈਕ ਤੋਂ ਜਾ ਕੇ ਤੁਹਾਨੂੰ ਉਹ ਇੰਜੈਕਸ਼ਨ 60-70,000 ਦਾ, 40,000 ਦਾ, 50,000 ਦਾ ਬਲੈਕ 'ਚ ਦਵਾ ਦੇਗਾ। ਉਹ ਵੀ ਨਹੀਂ ਪਤਾ ਕਿ ਉਹ ਹਸਪਤਾਲ ਦੇ ਵਿੱਚ ਜਾ ਕੇ ਤੁਹਾਡੇ ਮਰੀਜ਼ ਦੇ ਲੱਗਣਾ ਕਿ ਪਿਛਲੇ ਗੇਟ ਰਾਹੀਂ ਫੇਰ ਘੁੰਮ ਕੇ ਮਾਰਕੀਟ ਦੇ ਵਿੱਚ ਆ ਜਾਣਾ। ਕਿਉਂਕਿ ਕੋਈ ਉਸ ਚੀਜ਼ ਨੂੰ ਪਬਲਿਸਾਈਜ਼ ਤਾਂ ਕੀਤਾ ਹੀ ਨਹੀਂ ਜਾ ਰਿਹਾ। ਮੈਂ ਤਾਂ ਕਹਿੰਦਾ ਕਰੋਨਾ ਦੇ ਮਰੀਜ਼ਾਂ ਦਾ ਜਿੱਥੇ ਇਲਾਜ ਚੱਲ ਰਿਹਾ ਉੱਥੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਆ, ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਪੇਸ਼ੈਂਟ ਦੀ ਕੇਅਰ ਹੋ ਕਿਵੇਂ ਰਹੀ ਹੈ। ਸਾਡਾ ਪੇਸ਼ੈਂਟ ਕੇਅਰਲੈਸ ਹੋ ਕੇ ਤਾਂ ਨਹੀਂ ਮਰ ਰਿਹਾ ਕਿਤੇ, ਵਾਕਈ ਉਹ ਇਕੱਲੇ ਕਰੋਨਾ ਨਾਲੇ ਮਰਿਆ। ਸੋ ਇਹ ਚੀਜ਼ਾਂ ਦੇ ਉੱਪਰ ਸਵਾਲੀਆ ਚਿੰਨ੍ਹ ਉੱਠਦੇ ਨੇ, ਤੇ ਉਹ ਉਠਾਉਣ ਦੀ ਲੋੜ ਹੈ, ਮੀਡੀਆ ਦੇ ਰਾਹੀਂ ਉਠਾਉਣ ਦੀ ਲੋੜ ਹੈ।
ਸੋ ਬਹੁਤ ਸਾਰੇ ਸਵਾਲ ਜਿਹੜੇ ਹਮੇਸ਼ਾ ਸਰਕਾਰਾਂ ਦੇ ਉੱਪਰ ਉੱਠਦੇ ਨੇ, ਹਰ ਇੱਕ ਚਾਹੇ ਕਿਸੇ ਵੱਲੋਂ ਕੋਈ ਸਟੇਟਮੈਂਟ ਆ ਜਾਵੇ ਉਹਨਾਂ ਦੇ ਉੱਪਰ ਉੱਠਦੇ ਨੇ। ਸੋ ਲੋਕ ਜਿਹੜੇ ਨੇ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ, ਲੋਕਾਂ ਦੇ ਵੱਲੋਂ ਨਵੇਂ-ਨਵੇਂ ਸਵਾਲ ਜਿਹੜੇ ਨੇ ਉੱਠ ਰਹੇ ਨੇ, ਨਵੇਂ-ਨਵੇਂ ਚੀਜ਼ਾਂ ਦੇ ਉੱਪਰ ਉੱਠ ਰਹੇ ਨੇ, ਜਿਨ੍ਹਾਂ ਸਵਾਲਾਂ ਦੇ ਲੋਕ ਹਮੇਸ਼ਾ ਜਵਾਬ ਚਾਹੁੰਦੇ ਨੇ ਕਿ ਉਹ ਜਵਾਬ ਜਿਹੜੇ ਸਾਹਮਣੇ ਉਹ ਮਿਲਣੇ ਚਾਹੀਦੇ ਨੇ। ਸੋ ਕਰੋਨਾ ਦੇ ਕਰਕੇ ਵੀ ਜਿਸ ਤਰੀਕੇ ਦੇ ਨਾਲ ਬਲੈਕ ਮਾਰਕੀਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਸੋ ਉਹਨਾਂ ਚੀਜ਼ਾਂ ਦੇ ਕਰਕੇ ਵੀ ਚੀਜ਼ਾਂ ਬਹੁਤ ਸਾਰੇ ਦੇਖਣ ਨੂੰ ਮਿਲ ਰਹੀਆਂ ਨੇ ਕਿ ਆਖਿਰ ਚੀਜ਼ਾਂ ਕਿਉਂ ਹੋ ਰਹੀਆਂ ਨੇ, ਸਰਕਾਰਾਂ ਵੱਲੋਂ ਚੀਜ਼ਾਂ ਕਿਉਂ ਨਹੀਂ ਰੋਕੀਆਂ ਜਾ ਰਹੀਆਂ। ਸੁੱਕਾ ਦੁੱਧ ਪਤੀਲੀ 'ਚ ਮੋਦੀ ਮਰ ਗਿਆ ਦਿੱਲੀ 'ਚ। ਹਾਂਜੀ, ਕੀ ਨਾਮ ਹੈ? ਗੁਰਵਿੰਦਰ ਸਿੰਘ ਜੀ। ਕਿ ਕਿੰਨੀ ਏਜ ਹੈ ਤੁਹਾਡੀ? 15 ਇਅਰਸ। ਓਕੇ, ਕਿਹੜੀ ਕਲਾਸ 'ਚ? 10th ਕਲਾਸ ਚ। ਓਕੇ, ਅੱਜ ਇੱਥੇ ਕਿਉਂ ਆਏ ਹੋ? ਅਸੀਂ ਕਿਸਾਨਾਂ ਦਾ ਹੱਕ ਲੈਣ ਆਏ ਆ, ਹੱਕ ਲੈਵਾਂ ਤੇ ਹੱਕ ਲੈ ਕੇ ਜਾਵਾਂਗੇ ਜੀ। ਕਿਸ ਹੱਕ ਦੀ ਗੱਲ ਕਰ ਰਹੇ ਹੋ? ਕਿਹੜਾ ਹੱਕ ਲੈਣ ਆਏ ਹੋ ਤੁਸੀਂ ਕਿਸਾਨਾਂ ਦਾ? ਕਿਸਾਨਾਂ ਦੇ ਇਹਨਾਂ ਨੇ ਜਿਹੜੇ ਬਿੱਲ ਪਾਸ ਕਰੇ ਨੇ ਸਰਕਾਰਾਂ ਨੇ, ਅਸੀਂ ਉਹ ਵਾਪਸ ਕਰਾਵਾਂਗੇ ਤੇ ਕਰਕੇ ਜਾਵਾਂਗੇ। ਕੀ ਲੱਗਦਾ ਕਿ ਉਹ ਬਿੱਲ ਕਿਉਂ ਨਹੀਂ ਵਧੀਆ ਕਿਸਾਨਾਂ ਲਈ? ਕਿਉਂਕਿ ਉਹ ਕਿਸਾਨਾਂ ਲਈ ਵਧੀਆ ਇਸ ਕਰਕੇ ਨਹੀਂ, ਉਹਨਾਂ ਨੇ ਆੜਤੀ ਵਿੱਚੋਂ ਤੋਂ ਹਟਾ ਦੇ। ਤੁਸੀਂ ਦੇਖ ਸਕਦੇ ਹੋ ਜੀ, ਕਹਿੰਦੇ ਬੱਚਿਆਂ ਨੂੰ ਨੌਲੇਜ ਹੀ ਨਹੀਂ ਕਿਸੇ ਚੀਜ਼ ਦੀ। ਬੱਚਾ ਦੱਸ ਰਿਹਾ ਸਿਰਫ 15 ਸਾਲ ਦਾ ਹੈ ਜਿਹੜਾ ਇਹ ਚੀਜ਼ ਦੱਸ ਰਿਹਾ ਕਿ ਖੜ ਕਿਉਂ ਰਿਹਾ ਹੈ ਇੱਥੇ ਆ ਕੇ। ਕੀ ਕਹੋਗੇ ਸਰਕਾਰਾਂ ਨੂੰ? ਕੁਛ ਲੱਗ ਰਿਹਾ ਸਰਕਾਰਾਂ ਸੁਣਨਗੀਆਂ ਛੇਤੀ? ਛੇਤੀ ਤਾਂ ਨਹੀਂ ਸੁਣਾਂਗੀ ਪਰ ਸੁਣਾ ਦਾਂਗੇ ਚੰਗੀ ਤਰ੍ਹਾਂ। ਕੀ ਸੁਣਾਓਗੇ? ਦੱਸ ਦਿਓ ਫਿਰ। ਕਿ ਹੁਣ ਅਸੀਂ ਆਪਣਾ ਹੱਕ ਲਏ ਆ, ਹੱਕ ਲੈ ਵਾਸਤੇ ਖੜੇ ਆ, ਹੱਕ ਲੈ ਕੇ ਹੀ ਜਾਵਾਂਗੇ ਪੂਰੀ ਚੰਗੀ ਤਰ੍ਹਾਂ। ਤੇ ਇਹ ਨਹੀਂ ਸੋਚਦੇ ਕਿ ਸ਼ਾਮ ਦਾ ਟਾਈਮ ਆ ਘਰ ਖੇਡ ਲੈਣੇ ਆ ਕਿਸੇ ਦੇ ਨਾਲ, ਕਿੱਥੇ ਜਾ ਕੇ ਖੜਾਂਗੇ? ਇਹ ਕੁਐਸਚਨ ਮੇਰੀ ਮੰਮਾ ਨਾਲ ਹੋਏ ਤੇ ਮੰਮਾ ਕਹਿੰਦੇ ਤਾਂ ਕੀ ਕਰਨਾ ਜਾ ਕੇ, ਤੂੰ ਇੱਥੇ ਹੀ ਰਹਿ ਕਰ। ਤਾਂ ਕਿ ਮੈਂ ਨਹੀਂ ਜਾਵਾਂਗਾ। ਤਾਂ ਪਾਪਾ ਕਹਿ ਰਹੇ थे मैं साइकिल ਤੇ ਆਣਾ, मैं किसी और ਦੀ ਸਾਈਕਲ ਲੈ ਕੇ ਆ ਜਾਵਾਂ, ਮੈਨੂੰ ਰਾਸਤਾ ਪਤਾ ਹੈ ਕਿ ਮੈਂ ਚਲ ਜਾਵਾਂਗਾ। ਇਸ ਕਰਕੇ ਮੈਂ ਫਿਰ ਪਾਪਾ ਮੈਨੂੰ ਲੈ ਕੇ ਆਏ ਕਿ ਇਹ ਆ ਜਾਏਗਾ ਬਾਅਦ ਚ, ਹੁਣੇ ਲੈ ਕੇ ਚਲਾਂ ਮੈਂ ਨਾਲ ਕਿ ਬਾਅਦ ਚ ਫਿਰ ਆ ਜਾਏਗਾ। ਫਿਰ ਕਹਾਂਗੇ ਨਿਆਣਾ ਸਾਈਕਲ ਤੇ ਜਾ ਰਿਹਾ, ਅਸੀਂ ਮੋਟਰਸਾਈਕਲ ਤੇ ਜਾ ਰਹੇ ਹਾਂ। ਤੁਹਾਡੇ ਪਾਪਾ ਨੇ ਨਾਲ? ਹਾਂਜੀ, ਕੀ ਕਹੋਗੇ ਜੀ? ਬੜਾ ਜੋਸ਼, ਇੱਕ ਜਜ਼ਬਾ ਨਜ਼ਰ ਆ ਰਿਹਾ ਤੁਹਾਡੇ ਬੇਟੇ ਦੇ ਵਿੱਚੋਂ ਚੀਜ਼। ਇੰਨੀ ਕੁ ਉਮਰ 'ਚ ਤਾਂ ਲੋਕ ਸੋਚਦੇ ਨੇ ਬਸ ਘਰੇ ਬੈਠੋ ਖੇਡਦੇ ਆ, ਪਰ ਇੰਨੀ ਛੋਟੀ ਏਜ 'ਚ ਇੱਥੇ ਖੜ ਕੇ ਨਾਅਰੇਬਾਜ਼ੀ ਕਰ ਰਹੀ ਹੈ। ਮੈਡਮ ਦੇਖੋ, ਬੱਚਿਆਂ ਨੇ ਅੱਗੇ ਦੇਸ਼ ਚਲਾਉਣਾ ਜੀ। ਬੱਚੇ ਅਨਪੜ੍ਹ ਤਾਂ ਹੈ ਨਹੀਂ ਜੀ। ਹੁਣ ਜੇ ਬੱਚੇ ਪੜ੍ਹੇ ਲਿਖੇ ਤਾਂ ਆਪਣੇ ਹੱਕਾਂ ਵਾਸਤੇ ਤਾਂ ਲੜਨਗੇ ਜੀ। ਇਸੇ ਕਰਕੇ ਕਹਿੰਦਾ ਸੀਗਾ ਮੈਂ ਜਾਣਾ। ਮੈਂ ਕਿਹਾ ਚਲੋ ਜਾਣਾ ਤਾਂ ਚਲੋ। ਇਹ ਸਾਈਕਲ ਤੇ ਆਉਣ ਨੂੰ ਤਿਆਰ ਸੀਗਾ, ਮੈਂ ਨਹੀਂ ਮੋਟਰਸਾਈਕਲ ਤੇ ਚੱਲਦੇ, ਧੁੱਪ ਬਹੁਤ ਹੈ। ਕਹਿੰਦਾ ਮੈਂ ਖੇਡਣਾ ਨਹੀਂ, ਕਹਿੰਦਾ ਮੈਂ ਜਾਣਾ ਜ਼ਰੂਰ ਹੈ, ਕਿਸਾਨਾਂ ਦੇ ਹੱਕ ਵਾਸਤੇ ਜਾਣਾ। ਸੋ ਕਿਸਾਨਾਂ ਦਾ ਧਰਨਾ ਬੜੇ ਟਾਈਮ ਤੋਂ ਚੱਲ ਰਿਹਾ, ਸਾਰੇ ਧਰਮ ਇਕੱਠੇ ਹੋ ਗਏ ਇਸ ਅੰਦੋਲਨ ਦੇ ਨਾਲ। ਪਰ ਕੀ ਲੱਗਦਾ ਸਰਕਾਰਾਂ ਕਿਉਂ ਨਹੀਂ ਮੰਨ ਰਹੀਆਂ? ਸਰਕਾਰਾਂ ਕਿਉਂ ਨਹੀਂ ਰੱਦ ਕਰ ਰਹੀਆਂ ਕਾਨੂੰਨ ਜਦੋਂ ਲੋਕ ਕਹਿ ਰਹੇ ਸਾਨੂੰ ਚਾਹੀਦੇ ਹੀ ਨਹੀਂ ਆ? ਮੈਡਮ ਦੇਖੋ, ਗਵਰਨਮੈਂਟ ਹੈ ਨਾ ਜਿਹੜੀ ਆਪਣੇ ਉਹ ਸਮਝਦੀ ਆ ਵੀ ਜੋ ਹੈ ਮੈਂ ਹੀ ਆ। ਮੋਦੀ ਇਸ ਟਾਈਮ ਇਹ ਸਮਝਦਾ, ਪਰ ਇਹ ਨਹੀਂ ਪਤਾ ਜਦੋਂ ਪਬਲਿਕ ਇੱਕ ਪਾਸੇ ਹੋ ਜਾਂਦੀ ਹੈ ਤਾਂ ਸਰਕਾਰ ਨੂੰ ਵੀ ਝੁਕਣਾ ਪੈ ਜਾਂਦਾ। ਇਹ ਪਬਲਿਕ ਨੇ ਹੀ ਬਣਾਇਆ ਤੇ ਪਬਲਿਕ ਹੀ ਇਹਨੂੰ ਨੀਚੇ ਗਿਰੇਗੀ। ਜਿਵੇਂ ਕਿ ਅਸੀਂ ਹਮੇਸ਼ਾ ਦੱਸਦੇ ਹਾਂ ਕਿ ਸਰਕਾਰਾਂ ਦੇ ਪ੍ਰਤੀ ਜਿਹੜਾ ਰੋਸ ਲੋਕਾਂ ਦਾ ਨਜ਼ਰ ਆਉਂਦਾ, ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਹਰ ਬੰਦਾ ਆ ਉਹ ਰੋਸ ਨੂੰ ਜ਼ਾਹਿਰ ਕਰਦਾ ਆ, ਗੀਤਾਂ ਦੇ ਰਾਹੀਂ ਚਾਹੇ ਬੋਲੀਆਂ ਦੇ ਰਾਹੀਂ ਆਪਣੇ ਚੀਜ਼ਾਂ ਨੂੰ ਸਰਕਾਰਾਂ ਦੇ ਤੱਕ ਬਿਆਨ ਕਰਦਾ ਆ। ਸੋ ਇੱਥੇ ਕੁਝ ਬੀਬੀਆਂ ਨਜ਼ਰ ਆ ਰਹੀਆਂ ਨੇ, ਇਹਨਾਂ ਦੇ ਕੋਲੋਂ ਸੁਣ ਲੈਣਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਆਪਣੇ ਰੋਸ ਨੂੰ ਪ੍ਰਗਟ ਕਰ ਰਹੇ ਆ। ਹਾਂਜੀ, ਕਿੱਦਾਂ ਸੁਣਾਓਗੇ? ਬੋਲੀਆਂ ਸੁਣਾਓਗੇ, ਗੀਤ ਸੁਣਾਓਗੇ? ਗੀਤ ਸੁਣਾਓਗੇ ਕਿ ਮੋਦੀ ਰਾਜ 'ਚ ਹੁਣ ਕੀ ਹੋ ਰਿਹਾ? ਠੀਕ ਹੈ ਜੀ, ਚਲੋ ਮੋਦੀ ਦੇ ਰਾਜ ਵਿੱਚ ਕੀ ਕੁਝ ਹੋ ਰਿਹਾ ਹੈ ਉਹਦੇ ਉੱਪਰ ਗੀਤ ਸੁਣਾਣਗੇ ਜੀ। ਘੜਾ ਵੱਜਦਾ, ਘੜੋਲੀ ਵੱਜਦੀ, ਘੜਾ ਵੱਜਦਾ, ਘੜੋਲੀ ਵੱਜਦੀ। ਉਧਰ ਬਜਿਆ ਨਹੀਂ ਸੀ। ਬੋਲੋ ਬੋਲੋ ਬੋਲੋ। ਘੜਾ ਵੱਜਦਾ, ਘੜੋਲੀ ਵੱਜਦੀ, ਘੜਾ ਵੱਜਦਾ, ਘੜੋਲੀ ਵੱਜਦੀ। ਘੜਾ ਵੱਜਦਾ, ਘੜੋਲੀ ਵੱਜਦੀ, ਘੜਾ ਵੱਜਦਾ, ਘੜੋਲੀ ਵੱਜਦੀ। ਘੜਾ ਵੱਜਦਾ, ਘੜੋਲੀ ਵੱਜਦੀ, ਘੜਾ ਵੱਜਦਾ, ਘੜੋਲੀ ਵੱਜਦੀ। ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆ। ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਇਹ ਸਰਕਾਰਾਂ ਕਰਦੀਆਂ ਕੀ? ਹੇਰਾ ਫੇਰੀ 420। ਕਿਸਾਨਾਂ ਨੂੰ ਜੇ ਢਾਓਗੇ ਰੋਟੀ ਕਿੱਥੋਂ ਖਾਓਗੇ? ਕਿਸਾਨਾਂ ਤੇ ਜੇ ਹੱਸੋਗੇ ਬੱਚਿਆਂ ਨੂੰ ਕੀ ਦੱਸੋਗੇ? ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ ਮੋਦੀ ਆਵੇ, ਹੁਣ ਨਾਰੇ ਵੱਜਦੇ ਸੁਣ
ਮੋਦੀਆ ਮੇਲੇ ਲੱਗਦੇ ਕਰੇਲੇ ਲੱਗਦੇ 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 ਹੁਣ ਧਰਨੇ ਲੱਗਦੇ ਸੁਣ ਮੋਦੀ ਆਵੇ 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 ਹੁਣ ਧਰਨੇ ਲੱਗਦੇ ਸੁਣ ਮੋਦੀ ਆ ਫਲਾਣਾ ਜਿੱਤਿਆ ਢਿਮਕਾ ਜਿੱਤਿਆ ਫਲਾਣਾ ਜਿੱਤਿਆ ਢਿਮਕਾ ਜਿੱਤਿਆ ਫਲਾਣਾ ਜਿੱਤਿਆ ਟੀਮਕਾ ਜਿੱਤਿਆ ਫਲਾਣਾ ਜਿੱਤਿਆ ਟੀਮਕਾ ਜਿੱਤਿਆ ਫਲਾਣਾ ਜਿੱਤਿਆ ਢਿਮਕਾ ਜਿੱਤਿਆ ਫਲਾਣਾ ਜਿੱਤਿਆ ਢਿਮਕਾ ਜਿੱਤਿਆ ਫਲਾਣਾ ਜਿੱਤਿਆ ਟੀਮਕਾ ਜਿੱਤਿਆ ਫਲਾਣਾ ਜਿੱਤਿਆ ਟੀਮਕਾ ਜਿੱਤਿਆ ਹੁਣ ਮਮਤਾ ਜਿੱਤਦੀ ਸੁਣ ਮੋਦੀ ਆਵੇ 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 ਹੁਣ ਮਮਤਾ ਜਿੱਤਦੀ ਸੁਣ ਮੋਦੀ ਆ ਫਲਾਣਾ ਹਾਰਿਆ ਢਿਮਕਾ ਹਾਰਿਆ ਫਲਾਣਾ ਹਾਰਿਆ ਢਿਮਕਾ ਹਾਰਿਆ ਫਲਾਣਾ ਹਾਰਿਆ ਟੀਮਕਾ ਹਾਰਿਆ ਫਲਾਣਾ ਹਾਰਿਆ ਟੀਮਕਾ ਹਾਰਿਆ ਫਲਾਣਾ ਹਾਰਿਆ ਢਿਮਕਾ ਹਾਰਿਆ ਫਲਾਣਾ ਹਾਰਿਆ ਢਿਮਕਾ ਹਾਰਿਆ ਫਲਾਣਾ ਹਾਰਿਆ ਟੀਮਕਾ ਹਾਰਿਆ ਫਲਾਣਾ ਹਾਰਿਆ ਟੀਮਕਾ ਹਾਰਿਆ ਹੁਣ ਬੀਜੇਪੀ ਹਾਰ ਦੀ ਸੁਣ ਮੋਦੀ ਆਵੇ ਹੁਣ ਬੀਜੇਪੀ ਹਾਰ ਦੀ ਸੁਣ ਮੋਦੀ ਆਵੇ ਹੁਣ ਬੀਜੇਪੀ ਹਾਰ ਦੀ ਸੁਣ ਮੋਦੀ ਆਵੇ ਹੁਣ ਬੀਜੇਪੀ ਹਾਰ ਦੀ ਸੁਣ ਮੋਦੀ ਆ ਬੀਜੇਪੀ ਹਾਰ ਦੀ ਸੁਣ ਮੋਦੀ ਆ ਅੰਬ ਡਿੱਗਦੇ ਅਮਰੂਦ ਡਿੱਗਦੇ 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 ਹੁਣ ਜੀਡੀਪੀ ਡਿੱਗਦੀ ਸੁਣ ਮੋਦੀ ਆਵੇ ਹੁਣ ਜੀਡੀਪੀ ਡਿੱਗਦੀ ਸੁਣ ਮੋਦੀ ਆਵੇ ਹੁਣ ਡੀਜੀਪੀ ਡਿੱਗਦੀ ਸੁਣ ਮੋਦੀ ਆਵੇ ਹੁਣ ਡੀਜੀਪੀ ਡਿੱਗਦੀ ਸੁਣ ਮੋਦੀ ਆ ਕੰਗੇ ਵਿਕਦੇ ਪਰਾਂਦੇ ਵਿਕਦੇ 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 ਹੁਣ ਬੈਂਕ ਵੀ ਵਿਕਦੇ ਸੁਣ ਮੋਦੀ ਆਵੇ 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 ਆਵੇ ਹੁਣ ਬੈਂਕ ਵੀ ਵਿਕਦੇ ਸੁਣ ਮੋਦੀ ਆਵੇ ਹੁਣ ਬੈਂਕ ਵੀ ਵਿਕਦੇ ਸੁਣ ਮੋਦੀ ਆ ਚੋਰ ਭੱਜਦੇ ਲੁਟੇਰੇ ਭੱਜਦੇ ਚੋਰ ਭੱਜਦੇ ਲੁਟੇਰੇ ਭੱਜਦੇ ਚੋਰ ਭੱਜਦੇ ਲਟੇਰੇ ਭੱਜਦੇ ਚੋਰ ਭੱਜਦੇ ਲਟੇਰੇ ਭੱਜਦੇ ਚੋਰ ਭੱਜਦੇ ਲੁਟੇਰੇ ਭੱਜਦੇ ਚੋਰ ਭੱਜਦੇ ਲੁਟੇਰੇ ਭੱਜਦੇ ਚੋਰ ਭੱਜਦੇ ਲਟੇਰੇ ਭੱਜਦੇ ਚੋਰ ਭੱਜਦੇ ਲਟੇਰੇ ਭੱਜਦੇ ਚੌਂਕੀਦਾਰ ਵੀ ਭੱਜਦੇ ਸੁਣ ਮੋਦੀ ਆਵੇ ਚੌਂਕੀਦਾਰ ਵੀ ਭੱਜਦੇ ਸੁਣ ਮੋਦੀ ਆਵੇ ਚੌਕੀਦਾਰ ਵੀ ਭੱਜਦੇ ਸੁਣ ਮੋਦੀ ਆਵੇ ਚੌਕੀਦਾਰ ਵੀ ਭੱਜਦੇ ਸੁਣ ਮੋਦੀ ਆਵੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ